एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह नदर करनी महाराज। पोल छिमो हमरी प्रवापन पूलनहार कहाँ को मोसो, काहे रे बन खोजन जाई सर्ब निवासी सदा लेप तोहे संग समाई। गमचे बाशत गफलत याद खुदा चीस्त शादी याद बेइंतहा। धन गुरु नानक साहब हजूर, किरपा करनी पातशाह जी, नदर करनी महाराज। शब्द सुरत भवसागल तरिए नानक नाम बखाने। धन धन गुरु ग्रंथ साहब जी, धन गुरु गोबिंद सिंह साहब जी महाराज। वाहिगुरु वाहिगुरु वाहिगुरु। किरपा करनी हजूर, बीमारी बहुत फैली है महाराज। नदर करनी देश ते दुनिया ते, ठंड वरतानी नाम दी हजूर। सर्व रोग का औखद नाम। वाहिगुरु जी का खालसा, वाहिगुरु जी की फतेह। अज एक बड़े निराले पदे दे दर्शन होणगे। हुण फिर गुरु नानक साहब सिद्ध गोश दे विच उतार के सानू कुछ अध्यात्म दी डुंगाई खोलणगे। एक बहाना लभ्या है गुरु ने, निकल गए हन उदासी ते। अनेका ही साधुआं नाल मिल के वार्तालाप किया है। ज्ञान गोष्ठी हो रही है, दुनिया बारे ज्ञान हो रही, अध्यात्म बारे ज्ञान हो रहा है। पवन किथे है, सुन की है, शब्द की है महाराज। मेरे सुख का कारण दुख का कारण की है महाराज। इथों पार उतारा किवें हो सकता है पातशाह जी। साहिब ने अनेका ही प्रश्न इस बाणी विच उतारे हैं। सिद्ध गोश की बाणी दे विच सिद्धा नाल गोष्ठी एक बहाना लगता है, असल विच अपने सिखां नूं ज्ञान देना चाहते हैं महाराज। मन का और अध्यात्म का की रिलेशन है? मेरा मन कित्थे वसदा है? इस मन नूं मैं किवें जान सकता हाँ? किवें निर्मल हो सकता है? गुरु मैनू की देगा? अज दे इन्हां पदियां दे विच बड़ी डूंगी विचार उतरन लगी है। मन बारे फिर टटोल रहे हैं हजूर। मन जीते जग जीत। मैं सब कुछ जित लिया दुनिया विच, मन तो हार के जावांगा तां जीवन तो हार के जावांगा। मैं मन तो जित के गया तां जीवन नूं जाण जावां। मन तो जितण का मतलब की है हजूर? यह भी साहिब समझाते हैं। इत्थे दुनिया विच वसदे होए जो सानू दिखता है, असी उसे नूं जीवन जानते हैं और फिर उसे दी परख तो असी समझना चाहते हैं जीवन की है। अखों देखी कन्नों सुनी असी उसे नूं सोचते हैं जीवन है। पर इस बाणी ने एक गल प्रगट की है कि जीवन अनदेखा बहुत वड्डा है, जिहड़ा दिखता नहीं है। असल उत्थे वरतारा वरत रहा है।
ਮੈਨੂੰ ਮੇਰੇ ਮਨ ਦੀਆਂ ਜਿਹੜੀਆਂ ਸੰਕਟ ਹਨ, ਰੋਜ਼ਮर्रा ਦੇ ਪ੍ਰੈਸ਼ਰਸ ਹਨ, ਉਹ ਰੀਅਲ ਦਿਖਦੇ ਹਨ। ਪਰ ਇਸ ਬਾਣੀ ਦੇ ਵਿੱਚ ਇੱਕ ਦਰਸ਼ਨ ਹੋਰ ਵੀ ਹੈ ਕਿ ਅਸਲ ਜੀਵਨ ਮਨ ਨੂੰ ਸੰਭਾਲਣਾ ਇੱਕ ਰਿਐਲਿਟੀ ਹੈ ਜਿਹੜੀ ਐਬਸੋਲੂਟ ਹੈ, ਉਸ ਤੋਂ ਕੋਈ ਮੁਕਤੀ ਨਹੀਂ ਹੈ। ਆਵਾਗਮਨ ਵਿੱਚ ਮੈਂ ਫਿਰਾਂਗਾ ਜਾਂ ਫਿਰ ਮੈਨੂੰ ਮੇਰਾ ਘਰ ਮਿਲੇਗਾ, ਇਹ ਮੇਰੇ ਕਰਨ ਤੇ ਵੀ ਡਿਪੈਂਡ ਕਰਦਾ ਹੈ। ਕੁਝ ਪਦਿਆਂ ਪਹਿਲੇ ਸਾਹਿਬ ਨੇ ਇਹ ਵੀ ਸਮਝਾਇਆ ਹੈ ਕਿ ਮੇਰਾ ਕੀ ਰੋਲ ਹੈ ਇਹਦੇ ਵਿੱਚ, ਮੈਂ ਕੀ ਕਰਨਾ ਹੈ। ਮੈਂ ਨਾਮ ਦੇ ਰੰਗ ਵਿੱਚ ਉਤਰਨਾ ਹੈ, ਸ਼ਬਦ ਨਾਲ ਸੁਰਤ ਨੂੰ ਜੋੜਨਾ ਹੈ, ਆਪਣੀ ਸ਼ਕਤੀ ਨੂੰ ਮੈਂ ਸੰਭਾਲਣਾ ਹੈ, ਉਸ ਨੂੰ ਅਧਿਆਤਮ ਦੇ ਵਿੱਚ ਉਤਾਰਨਾ ਹੈ। ਇਹ ਮੇਰਾ ਕਰਨਾ ਹੈ। ਅਗਰ ਮੈਂ ਜੀਵਨ ਨੂੰ ਪੂਰੀ ਸ਼ਕਤੀ ਨਾਲ ਜੀਆ, ਪੂਰੀ ਸ਼ਕਤੀ ਲਗਾ ਕੇ ਮੈਂ ਜੀਵਨ ਨੂੰ ਜੀਆ, ਪਰ ਆਪਣੇ ਅਧਿਆਤਮ ਨੂੰ ਨਹੀਂ ਸੰਭਾਲਿਆ, ਤਾਂ ਫਿਰ ਮੈਂ ਡੋਲਦਾ ਜਾਵਾਂਗਾ ਸ਼ਕਤੀ ਆਪਣੀ। ਮੇਰਾ ਪਵਨ ਵੀ ਸੱਜ ਜਾਏਗਾ ਜਦੋਂ ਸ਼ਬਦ ਸੰਭਾਲਾਂਗਾ। ਉਸ ਪੰਥ ਵਿੱਚ ਜਿਹੜਾ ਅਧਿਆਤਮ ਦਾ ਖੋਜੀ ਹੈ, ਉਹਦੇ ਵਿੱਚ ਕੀ ਵਾਰਤਾਲਾਪ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕੀ ਬਹਿਸ ਹੋਣੀ ਚਾਹੀਦੀ ਹੈ। ਇਹ ਮੁੱਦੇ ਨੇ ਜਿਨ੍ਹਾਂ ਉੱਤੇ ਡਿਸਕਸ਼ਨਸ ਹੋਣੇ ਚਾਹੀਦੇ ਹਨ। ਆਪਸੀ ਸਾਂਝ ਬਣਾ ਕੇ ਅਸੀਂ ਜੀਵਨ ਦੇ ਤੱਤ ਨੂੰ ਟਟੋਲਣ ਦੇ ਵਿੱਚ ਉਤਰੀਏ, ਉੱਥੇ ਹੀ ਸੱਤ ਦੇ ਦਰਸ਼ਨ ਹਨ। ਮੈਂ ਸੱਤ ਦਾ ਖੋਜੀ ਹਾਂ, ਮੇਰਾ ਪੰਥ ਸੱਤ ਦਾ ਖੋਜੀ ਹੈ, ਤਾਂ ਸੱਤ ਬਾਰੇ ਹੀ ਬਹਿਸ ਹੋਣੀ ਚਾਹੀਦੀ ਹੈ ਨਾ। ਮਨ ਨੂੰ ਕਿਵੇਂ ਸੰਭਾਲਣਾ ਹੈ, ਮਨ ਦੇ ਤੱਤ ਨੂੰ ਕਿਵੇਂ ਜਾਣਨਾ ਹੈ, ਕਿਵੇਂ ਆਤਮਾ ਦਾ ਰਸ ਜਾਣ ਲੈਣਾ ਹੈ, ਇਹਨਾਂ ਚੀਜ਼ਾਂ ਬਾਰੇ ਹੀ ਸਾਡੀ ਆਪਸੀ ਸਾਂਝ ਹੋਣੀ ਚਾਹੀਦੀ ਹੈ। ਪਰ ਕਿੰਨੀ ਕੁ ਅਸੀਂ ਕਰਦੇ ਹਾਂ? ਅੱਜ ਆਪਸੀ ਸਾਂਝ ਹੈ ਕਿਹੜੀ, ਉਹ ਵੀ ਸਾਨੂੰ ਦਿਖਦਾ ਹੀ ਪਿਆ ਹੈ। ਆਓ ਇਹ 64ਵਾਂ ਪਦਾ ਔਰ 65 ਪਦਾ ਇਕੱਠੇ ਹੀ ਪੜ੍ਹਨਾ ਹੈ। ਕੋਈ ਵੀਰ ਭੈਣ ਇਸ ਨੂੰ ਪੜ੍ਹਦੇ ਤਾਂ ਫਿਰ ਇਹਨਾਂ ਦੇ ਦਰਸ਼ਨਾਂ ਵਿੱਚ ਉਤਰਦੇ ਹਾਂ, ਜਾਣਨ ਦਾ ਯਤਨ ਕਰਦੇ ਹਾਂ ਕਿ ਗੁਰੂ ਸਾਹਿਬ ਕੀ ਕਹਿ ਰਹੇ ਹਨ, ਦੁਨੀਆ ਬਾਰੇ, ਮਨ ਬਾਰੇ ਕੀ ਕਹਿ ਰਹੇ ਹਨ, ਸ਼ਬਦ ਬਾਰੇ ਕੀ ਕਹਿ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ। ਏ ਮਨ ਮੈਗਲ ਕਹਾਂ ਬਸੀਅਲੇ, ਕਹਾਂ ਬੈਸ ਏ ਪਵਨਾ, ਕਹਾਂ ਬਸੈ ਸੋ ਸ਼ਬਦ ਔਧੂ, ਤਾਕੋ ਚੂਕੈ ਮਨ ਕਾ ਪਵਨਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜਗਰ ਵਾਸਾ ਏ ਮਨ ਪਾਏ। ਆਪੈ ਆਪ ਖਾਏ ਤਾਂ ਨਿਰਮਲ ਹੋਵੈ, ਤਾਵਤ ਵਰਜ ਰਹਾਏ। ਕਿਉ ਮੂਲ ਪਛਾਣੈ ਆਤਮ ਜਾਣੈ, ਕਿਉ ਸਸਗਰ ਸੂਰ ਸਮਾਵੈ। ਗੁਰਮੁਖ ਹਉਮੈ ਵਿੱਚੋਂ ਖੋਵੈ, ਤੋ ਨਾਨਕ ਸਹਿਜ ਸਮਾਵੈ। ਏ ਮਨ ਨੈਚਲ ਹਿਰਦੈ ਵਸੀਅਲੇ, ਗੁਰਮੁਖ ਮੂਲ ਪਛਾਣ ਰਹੈ। ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਸੋ ਸ਼ਬਦ ਨਿਰੰਤਰ ਨਿਜਗਰ ਵਾਛੈ, ਤ੍ਰਿਭਵਨ ਜੋਤ ਸੋ ਸ਼ਬਦ ਲਹੈ। ਖਾਵੈ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥ ਆਵੈ। ਨਾਨਕ ਆਖੈ ਸੱਚ ਸੁਭਾਖੈ, ਸਚ ਰਪੈ ਰੰਗ ਕਭੂ ਨਾ ਜਾਵੈ।
ਧੰਨਵਾਦ ਹੈ ਵੀਰ। ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦੀ ਗੱਲ ਨਿਰੰਤਰ ਹੀ ਯਾਦ ਕਰਾਈ ਹੈ। ਸ਼ਬਦ ਦੀ ਗੱਲ ਅਸੀਂ ਕਈ ਵਾਰ ਵਿਚਾਰ ਚੁੱਕੇ ਹਾਂ ਆਪਸ ਵਿੱਚ। ਸ਼ਬਦ ਦੀਆਂ ਕੀ ਡਾਇਮੈਂਸ਼ਨਸ ਹਨ, ਸ਼ਬਦ ਕੀ ਹੈ, ਇਹ ਤਾਂ ਇੱਕ ਐਕਸਪੀਰੀਐਂਸ਼ੀਅਲ ਗੱਲ ਹੈ। ਪਰ ਜਿਤਨਾ ਹੀ ਸ਼ਬਦਾਂ ਨਾਲ ਸਮਝ ਆ ਸਕਦੇ ਹਾਂ ਆਪਸ ਵਿੱਚ, ਉਤਨੀ ਸਾਂਝ ਅਸੀਂ ਸ਼ਬਦ ਬਾਰੇ ਕਰ ਚੁੱਕੇ ਹਾਂ। ਗੁਰੂ ਮਹਾਰਾਜ ਨੇ ਸ਼ਬਦ ਨੂੰ ਗੁਰੂ ਕਿਹਾ ਹੈ। ਸਾਹਿਬ ਨੇ ਇਹ ਵੀ ਦੱਸਿਆ ਹੈ ਕਿ ਗੁਰੂ ਨਾਲ ਕੀ ਮਿਲੇਗਾ ਮੈਨੂੰ, ਪੂਰੇ ਗੁਰ ਤੇ ਨਾਮ ਪਾਇਆ ਜਾਏ। ऐसा गुरु जो नाम देगा, वो नाम नहीं कि कन्ना विच फूक देगा, वो नाम जो मेरे मन नू शब्द नाल जोड़ देगा। जाग ले हो रे मना, जाग ले हो, काहे गाफल सोया। मेरा मन एक बड़ी डूंगी निद्रा विच है। की मतलब है निद्रा विच? मेरा मन जो अखां नाल दिखता है, जो कन्नां नाल सुनता है, जो मेरे आले दुआले हो रहा है, उसे नू पूरा जीवन जानता है। पर गुरु ने मन बारे बड़ी अचरज गल्लां कीतियां हन। एक गुरु ने ते सानू मन और आनंद नू बराबर ही कह दिता है। एक ने सानू जोत दस्या है, मन विच ज्ञान दस्या है। इस मन की डुंगियाई विच उतरना बार बार बाणी सानू कह रही है। इस मन को कोई खोजो पाई। भगत कबीर भी यही गल कह रहे हैं कि मन नू जानो, नित नू लभो। इहदे अंदर कुछ है जिहड़ा सानू जगा देगा। इस मन दे विच कुछ एक्सपीरियंसिस हैं जिहड़े सानू जीवन की रियलिटी दस देणगे। फिर गुरु मिलेगा तो एक नवा जन्म मिल जाएगा। सतगुर के जन्मे गमन मिटाया, किस दिन गुरु मिलेगा मैनू? तो जीवन के विचारां तो, जीवन के दुखां तो, जीवन की इनस्टेबिलिटी तो मैं फिर कोई राह लभ सकांगा। एक इहो जे जीवन की विचार खुल जाएगी जिहदे विच सदा वर्ड उहदा आधार है, जो सदा ही है। वो सिर्फ इक्को वस्तु है इस दुनिया विच, जिहड़ा इहदा करता है, जिसने इस दुनिया नू बनाया है, सिर्फ वही सदा लई है। ना मैं सदा लई हाँ, ना तुसी हो, ना कोई होर जन है, नहीं है धरती सदा लई है। एक मौका मिलिया है, एक अवसर है। मन की गल अध्यात्म नाल बहुत डूंगा रिलेशन रखती है। गुरु साहब दे पक्षों, गुरु नानक साहब दे पक्ष तो मन और अध्यात्म इतना डूंगा हैं कि एको चीज़ दिखना शुरू हो जाती है। मन की डुंगियाई विच आत्मा रस है, मन निहचल है। अज दे पदे विच यह भी दसदे हैं, जिवें एक पेड़ होया, उहदी टहनियां हवा विच हिलदियां हैं, पर उहदी जड़ां नहीं हिलदियां। मैनू लगता है इसे तरह का कुछ इशारा महाराज सानू दस रहे हैं। मेरे मन दे विच विचार चलते हैं, बहुत मूवमेंट है, अनस्टेबल है, अस्थिर है, पर इहदियां जड़ां स्टेबल हैं। उत्थे कोई मूवमेंट नहीं है। इस तरह मेरे मन दे विच एक पहलू है जो विचार वांग चलता है, सदा ही चलता रहता है। पर एक होर पक्ष है मन का, जिहड़ी मन की
ਜੜ ਸਮਝ ਲਈਏ ਜਿਹੜੀ ਸਦਾ ਸਟੇਬਲ ਹੈ, ਉੱਥੇ ਕੋਈ ਮੂਵਮੈਂਟ ਨਹੀਂ ਹੈ। ਮਹਾਰਾਜ ਨੇ ਉਸ ਨੂੰ ਮੂਲ ਕਿਹਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੀ ਜੜ ਨੂੰ ਜਾਣ, ਆਪਣੇ ਸੋਰਸ ਨੂੰ ਜਾਣ। ਸਿੱਧਾ ਔਰ ਗੁਰੂ ਨਾਨਕ ਸਾਹਿਬ ਦੇ ਵਿੱਚ ਇਹ ਵਾਰਤਾਲਾਪ ਚੱਲਦੀ ਹੈ। ਅਧਿਆਤਮ ਦੀ ਇੰਨੀ ਡੂੰਘੀ ਵਾਰਤਾਲਾਪ ਹੈ, ਮੈਨੂੰ ਲੱਗਦਾ ਹੈ ਇਸ ਨੂੰ ਪੜ੍ਹਦੇ ਪੜ੍ਹਦੇ ਕਿਸੇ ਨੂੰ ਗਿਆਨ ਵੀ ਹੋ ਸਕਦਾ ਹੈ। ਗੁਰੂ ਸਾਹਿਬ ਗੱਲ ਹੀ ਅਧਿਆਤਮ ਦੀ ਕਰਦੇ ਹਨ। ਇਸ ਵਿਚਾਰ ਵਿੱਚ ਕਿਧਰੇ ਗੱਲ ਨਹੀਂ ਚੱਲੀ ਕਿ ਵੋਟਾਂ ਕਿੰਨੀਆਂ ਪੈਣਗੀਆਂ, ਗੋਲਕ ਨੂੰ ਕੌਣ ਸੰਭਾਲੇਗਾ। ਮੈਂ ਨਹੀਂ ਕਹਿ ਰਿਹਾ ਉਹ ਗਲਤ ਹੈ, ਮੈਂ ਕਹਿ ਰਿਹਾ ਕਿ ਸਾਡੀ ਜੜ ਵਿੱਚ ਕੀ ਹੈ। ਇੱਕ ਇਨਸਾਨ ਨੂੰ ਧਰਤੀ ਵਿੱਚ ਆ ਕੇ ਜੀਵਨ ਵਿੱਚ ਸਭ ਕੰਮ ਕਰਨੇ ਹਨ, ਪਰ ਕੁਝ ਕੰਮ ਇਹੋ ਜਿਹੇ ਹਨ ਜਿਹੜੇ ਮਸਟ ਹਨ, ਅਸੈਂਸ਼ੀਅਲ ਹਨ। ਉਹਨਾਂ 'ਚੋਂ ਇੱਕ ਕੰਮ ਜੋ ਸਾਹਿਬ ਕਹਿ ਰਹੇ ਹਨ ਸਾਨੂੰ, ਉਹ ਇੰਨਾ ਹੀ ਅਨਿਵਾਰਿਆ ਹੈ ਕਿ ਉਹਦੇ ਵਿੱਚ ਜੀਵਨ ਦੀ ਹਾਰ ਔਰ ਜਿੱਤ ਲਿਖੀ ਹੈ। ਉਹ ਕਿਹੜਾ ਕੰਮ ਹੈ ਮਹਾਰਾਜ? ਨਾਨਕ ਲਿਖੇ ਇੱਕ ਗੱਲ, ਹੋਰ ਹਉਮੈ ਚਖਣਾ ਚਾਕ। ਇੱਕ ਗੱਲ ਮਹਾਰਾਜ ਕਹਿੰਦੇ ਹਨ ਬਿਲਕੁਲ ਹੀ ਜ਼ਰੂਰੀ ਹੈ, ਬਾਕੀ ਸਭ ਹਉਮੈ ਦੀ ਖੇਡ ਹੈ। ਮੈਨੂੰ ਇਹ ਇੱਕ ਗੱਲ ਹੀ ਸਮਝਣੀ ਹੈ। ਜਿਸ ਦਿਨ ਮੈਨੂੰ ਗੁਰੂ ਨਾਨਕ ਸਾਹਿਬ ਦੀ ਇਹ ਇੱਕ ਗੱਲ ਸਮਝ ਆ ਗਈ, ਮੈਂ ਗੁਰੂ ਨੂੰ ਮਿਲ ਜਾਵਾਂਗਾ ਉਸ ਦਿਨ। ਗੁਰੂ ਦੀ ਗੱਲ ਨੂੰ ਸਮਝੇ ਬਿਨਾਂ ਮੈਂ ਗੁਰੂ ਨੂੰ ਕਿਵੇਂ ਜਾਣ ਸਕਦਾ ਹਾਂ? ਸ਼ਬਦ ਵਿਚਾਰ ਦਾ ਤੇ ਇਹੀ ਮਤਲਬ ਹੈ। ਔਰ ਸ਼ਬਦ ਦੇ ਵਿੱਚ ਤਾਂ ਗੁਰੂ ਆਪਣੇ ਸਿੱਖ ਨੂੰ ਡੁਬਾ ਰਿਹਾ ਹੈ। ਇਸ ਪਦੇ ਵਿੱਚ ਵੀ ਕੁਝ ਐਸਾ ਹੀ ਕਹਿਣਗੇ, ਖਾ ਜਾ ਉਸ ਮਨ ਨੂੰ, ਸ਼ਬਦ ਦੇ ਨਾਲ ਸਾਂਝ ਪਾ ਕੇ ਉਸ ਮਨ ਨੂੰ ਪਲਟ ਦੇ। ਬਿਲਕੁਲ ਇੱਕ ਨਵਾਂ, ਨਿਤ ਨਵਾਂ ਨਿਰੋਆ, ਇੱਕ ਇਹੋ ਜਿਹਾ ਜੀਵਨ ਜਿੱਥੇ ਸਦਾ ਹੀ ਹਰਿਆਲੀ ਹੈ। ਹੁਣ ਅਸੀਂ ਇੱਥੇ ਰਹਿੰਦੇ ਹਾਂ, ਬਿਮਾਰੀ ਆ ਗਈ ਬੜੀ ਗਹਿਨ, ਸਭ ਲੋਕ ਡਰੇ ਹਨ। ਮੌਤ ਦਾ ਇੱਕ ਸਾਇਆ ਹੈ। ਇਹ ਜੀਵਨ ਹੈ ਹੀ ਇਹੋ ਜਿਹਾ। ਇੱਥੇ ਮੌਤ ਦਾ ਸਾਇਆ ਸਦਾ ਹੀ ਨਾਲ ਹੈ। ਸਗੋਂ ਬਿਲਕੁਲ ਪ੍ਰਤੱਖ ਹੋਣ ਤੇ ਸਾਨੂੰ ਸਮਝ ਆ ਰਹੀ ਹੈ ਜੀਵਨ ਹੈ ਕੀ, कितना अनश्योर है जीवन, कितना अनस्टेबल है। जिसनों असी गारंटी लेंदे हाँ ਉਹਦੇ ਧਾਗੇ ਕਿੰਨੇ ਕਮਜ਼ੋਰ ਹਨ। ਇੱਕ ਪੱਖੋਂ ਕਮਜ਼ੋਰ ਹਨ, ਇੱਕ ਪੱਖੋਂ ਬਹੁਤ ਪੱਕੇ ਹਨ। ਤਾਂ ਕਿਹੜੀ ਚੀਜ਼ ਇਹਨੂੰ ਕੰਟਰੋਲ ਕਰਦੀ ਹੈ? ਮਹਾਰਾਜ ਕਹਿੰਦੇ ਨੇ ਹੁਕਮ, ਉਹਦਾ ਆਰਡਰ, ਉਹਦੇ ਲਾਜ਼, ਉਹਦੀ ਪ੍ਰੈਜ਼ੈਂਸ। ਮੇਰਾ ਹੋਣਾ ਨਾ ਹੋਣਾ ਵਿੱਚ ਇੱਕ ਚੀਜ਼ ਦਾ ਬਿਲਕੁਲ ਭੇਦ ਹੈ, ਫਰਕ ਹੈ ਸਿਰਫ ਇੱਕ ਗੱਲ ਦਾ, ਉਸ ਦੇ ਹੁਕਮ ਦਾ, ਉਸ ਦੀ ਰਜ਼ਾ ਦਾ, ਉਸ ਦੇ ਇਸ਼ਾਰੇ ਦਾ। ਬਾਕੀ ਤਾਂ ਬਹਾਨੇ ਹਨ। ਫਿਰ ਗੁਰੂ ਨੇ ਇਸ ਬਾਣੀ ਵਿੱਚ ਮਨ ਦੀ ਗੱਲ ਇਤਨੀ ਡੂੰਗੀ ਖੋਲੀ ਹੈ ਕਿ ਸਰੀਰ ਪਰੇ ਰਹਿ ਗਿਆ ਹੈ। ਕਿਧਰੇ ਸਰੀਰ ਦੀ ਗੱਲ ਨਹੀਂ ਚਲਾਈ ਮਹਾਰਾਜ ਨੇ। ਮਨ ਨੂੰ ਸੰਭਾਲੋ। ਹਾਂ, ਇਹ ਵੀ ਨਹੀਂ ਕਿਹਾ ਗੁਰੂ ਨੇ ਕਿ ਸਰੀਰ ਦਾ ਧਿਆਨ ਨਾ ਕਰੀਏ। ਇਸ ਨੂੰ ਮੰਦਿਰ ਕਿਹਾ ਹੈ। ਇੱਕ ਇਹੋ ਜਿਹਾ ਮੌਕਾ ਹੈ ਸਰੀਰ ਜਿੱਥੇ ਕਮਾਈ ਹੋ ਸਕਦੀ ਹੈ, ਪਰ ਸੰਭਾਲਣਾ ਕਿਹੜੀ ਚੀਜ਼ ਨੂੰ ਹੈ? ਕਿਹੜੀ ਇੱਕ ਗੱਲ ਹੈ ਜਿਸ ਨੂੰ ਮੈਂ ਲੈ ਕੇ ਨਾਲ ਨਾਲ ਚੱਲਣਾ ਹੈ? ਕਿਹੜੀ ਇੱਕ ਗੱਲ ਹੈ ਜਿਸ ਦਿਨ ਮੈਂ ਸੰਭਾਲ ਲਵਾਂਗਾ ਤਾਂ ਗੁਰੂ ਨਾਨਕ ਸਾਹਿਬ ਦਾ ਪਿਆਰ ਪਾ ਲਵਾਂਗਾ? ਸ਼ਾਬਾਸ਼ੀ ਦੇਗਾ ਨਾ ਗੁਰੂ। ਫਿਰ ਪੂਰੀ ਗੁਰ ਤੇ ਨਾਮ ਪਾਇਆ ਜਾਏ। ਜੀਵਨ ਦੇ ਹਾਰ ਔਰ ਜਿੱਤ ਦੇ ਵਿੱਚ ਬਸ ਇੱਕ ਇਹ ਸ਼ਬਦ ਦੀ ਲੋੜ ਹੈ ਵਿੱਚ, ਨਾਮ। ਇਹਦੇ ਨਾਲ ਸਭ ਕੁਝ ਬਦਲ ਜਾਂਦਾ ਹੈ। ਦਰਅਸਲ ਹਉਮੈ ਦੇ ਵਿੱਚ ਰਹਿੰਦੇ ਹੋਏ ਹਾਰ ਹੈ, ਹਉਮੈ ਦੇ ਪਰੇ ਜਿੱਤ ਹੈ।
ਔਰ ਇਹਨਾਂ ਦੋਨਾਂ ਦੇ ਵਿੱਚ ਨਾਮ ਔਰ ਸ਼ਬਦ ਦਾ ਭੇਦ ਹੈ। ਇੱਕ ਰੱਸੀ ਪਕੜਾਈ ਹੈ, ਖੂਹ ਦੇ ਵਿੱਚ ਡਿੱਗੇ ਆਪਣੇ ਸਿੱਖ ਨੂੰ। ਉਹ ਰੱਸੀ ਸ਼ਬਦ ਦੀ ਹੈ। ਅਸੀਂ ਸਾਰੇ ਹੀ ਖੂਹ ਦੇ ਵਿੱਚ ਡਿੱਗੇ ਹੋਏ ਹਾਂ। ਜਿਤਨਾ ਸਟਰਗਲ ਕਰਦੇ ਹਾਂ ਉਤਨਾ ਹੋਰ ਡੂੰਘਾ ਸਿੰਕ ਕਰਦੇ ਹਾਂ। ਜਿਤਨਾ ਘਬਰਾਉਂਦੇ ਹਾਂ ਉਤਨਾ ਹੋਰ ਇੱਥੇ ਡਿੱਗਣ ਦੀ ਘੁਟਨ ਮਹਿਸੂਸ ਹੋਣ ਲੱਗ ਪੈਂਦੀ ਹੈ। ਆਜ਼ਾਦੀ ਹੈ ਕਿੱਥੇ? ਇੱਕ ਖੂਹ ਵਿੱਚ ਡਿੱਗਿਆ ਇਨਸਾਨ ਰੱਸੀ ਨੂੰ ਦੇਖ ਦੇਗਾ ਤਾਂ ਸਾਹ ਆਉਣ ਲੱਗ ਪਏਗਾ। ਹੱਥ ਵਿੱਚ ਆ ਗਈ ਤਾਂ ਬਿਲਕੁਲ ਜਗ ਜਾਏਗਾ। ਬਸ ਰੱਸੀ ਹੱਥ ਵਿੱਚ ਆ ਗਈ, ਸਮਝੋ ਬਚ ਗਏ। ਸ਼ਬਦ ਮਨ ਵਿੱਚ ਵਸ ਗਿਆ, ਖੂਹ ਤੋਂ ਨਿਕਲਣ ਦਾ ਸਮਾਂ ਆ ਗਿਆ। ਮੌਤ ਔਰ ਸਦਾ ਦੇ ਜੀਵਨ ਦੇ ਵਿੱਚ ਮਨ ਦੇ ਵਿੱਚ ਸ਼ਬਦ ਦੀ ਹਜ਼ੂਰੀ ਦਾ ਫਰਕ ਹੈ। ਜਦੋਂ ਮੇਰੇ ਮਨ ਵਿੱਚ ਸ਼ਬਦ ਦੀ ਹਜ਼ੂਰੀ ਆ ਜਾਏਗੀ, ਹੋਰ ਕੁਝ ਕਰਾਂ ਨਾ ਕਰਾਂ, ਜੀਵਨ ਤੋਂ ਹਾਰ ਕੇ ਨਹੀਂ ਜਾਵਾਂਗਾ। ਹੋਰ ਕੁਝ ਮੈਨੂੰ ਠੀਕ ਤਰ੍ਹਾਂ ਆਏ ਕਿ ਨਾ ਆਏ, ਜੀਵਨ ਦਾ ਤਤ ਗਿਆਨ ਆ ਜਾਏਗਾ। ਹੋਰ ਕਿਧਰੇ ਮੈਨੂੰ ਸ਼ਾਬਾਸ਼ ਮਿਲੇ ਕਿ ਨਾ ਮਿਲੇ ਦੁਨੀਆ ਦੇ ਵਿੱਚ, ਮਨ ਦੇ ਖੇੜੇ ਵਿੱਚ ਮੈਨੂੰ ਸਦਾ ਹੀ ਸ਼ਾਬਾਸ਼ੀ ਮਿਲਦੀ ਰਹੇਗੀ। ਅੰਤਰ ਜਾਣਾ ਪਏਗਾ। ਸਿੱਖ ਨੂੰ ਵੀ ਅੰਤਰ ਜਾਣਾ ਪਏਗਾ, ਮੁਸਲਮਾਨ ਨੂੰ ਵੀ, ਹਿੰਦੂ ਨੂੰ ਵੀ, ਈਸਾਈ ਮਤ ਦੇ ਵੀ। ਸਾਰੇ ਮਤ ਦੇ ਲੋਕਾਂ ਨੂੰ ਰਾਹ ਤਾਂ ਇੱਕੋ ਹੀ ਹੈ, ਜਾਣਾ ਤਾਂ ਇੱਕੋ ਤਰਫ ਹੈ। ਬਾਹਰ ਦੇ ਜੀਵਨ ਵਿੱਚ ਸਤ ਨਹੀਂ ਮਿਲੇਗਾ। ਬੁੱਲੇ ਸ਼ਾਹ ਦਾ ਇੱਕ ਕਾਫੀਆ ਹੈ, ਮੇਰਾ ਚਰਖਾ 9 ਲੱਖਾ। 9 ਲੱਖ ਦਾ ਚਰਖਾ ਚਲਾਉਂਦਾ ਹੈ। ਕਿਹੜਾ 9 ਲੱਖ ਦਾ ਚਰਖਾ ਹੈ? ਇਹ ਸਰੀਰ ਦੇ 9 ਦਰਵਾਜ਼ੇ ਹਨ, ਉਸੇ ਨੂੰ ਕਹਿ ਰਿਹਾ ਹੈ 9 ਲੱਖਾ। ਇਹੀ ਹਜ਼ੂਰੀ ਹੈ, ਇਸੇ ਨੂੰ ਜਾਣਿਆ ਹੈ। ਇਸ ਜੀਵਨ ਨੂੰ ਜਾਣਨ ਵਾਸਤੇ ਕੀ ਅਸੀਂ ਕਰਨਾ ਚਾਹੁੰਦੇ ਹਾਂ, ਪਹਿਲੇ ਤਾਂ ਇੰਟੈਂਸ਼ਨ ਕਲੀਅਰ ਹੋਣੀ ਚਾਹੀਦੀ ਹੈ ਕਿ ਅਸੀਂ ਜੀਵਨ ਨੂੰ ਜਾਣਨਾ ਚਾਹੁੰਦੇ ਹਾਂ। ਉੱਥੋਂ ਸ਼ਾਇਦ ਕਹਾਣੀ ਸ਼ੁਰੂ ਹੁੰਦੀ ਹੈ। ਜਿਵੇਂ ਸਿੱਖੀ ਇੱਕ ਪ੍ਰਸ਼ਨ ਹੈ ਔਰ ਗੁਰੂ ਦਾ ਜਵਾਬ ਹੈ। ਮੈਂ ਜੀਵਨ ਵਿੱਚ ਪ੍ਰਸ਼ਨ ਹੀ ਨਹੀਂ ਪੁੱਛਿਆ ਤਾਂ ਗੁਰੂ ਕਿਵੇਂ ਆਏਗਾ? ਅੱਜ ਦੇ 2 ਪਦਿਆਂ ਦੇ ਦਰਸ਼ਨ ਕਰਦੇ ਹਾਂ। ਗੁਰੂ ਮਹਾਰਾਜ ਅੱਗੇ ਸੀਸ ਝੁਕਾ ਕੇ ਸੁਰਤ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹਾਂ। ਗੁਰੂ ਮਹਾਰਾਜ ਕਹਿੰਦੇ ਨੇ ਕਿ ਸ਼ਬਦ ਔਰ ਸੁਰਤ, ਇਹਦੀ ਧੁਨ ਚੱਲਦੀ ਹੈ। ਇੱਕ ਸਾਡੇ ਮਨ ਵਿੱਚ ਵੀ ਕਦੇ ਧੁਨ ਚੱਲ ਪਏ। ਸ਼ਬਦ ਦਾ ਕੋਈ ਸੋਰਸ ਨਹੀਂ ਹੈ ਡਿਫਾਈਨਡ। ਇਸ ਕਰਕੇ ਜਦੋਂ ਬਾਹਰੋਂ ਅਸੀਂ ਕੁਝ ਸੁਣਦੇ ਹਾਂ ਤਾਂ ਉਹ ਸ਼ਬਦ ਦੀ ਹਜ਼ੂਰੀ ਨਹੀਂ ਹੈ, ਇਨਵੀਟੇਸ਼ਨ ਹੋ ਸਕਦੀ ਹੈ। ਸ਼ਬਦ ਦੀ ਹਜ਼ੂਰੀ ਤਾਂ ਹੈ ਜਦੋਂ ਅਨਹਦ ਨਾਦ ਵੱਜਦੇ ਹਨ। ਕਹਿੰਦੇ ਹਨ ਮਹਾਰਾਜ, ਇਤਨੀ ਐਨਰਜੀ ਕਿ ਚੇਂਜ ਆ ਜਾਏ ਮਨ ਵਿੱਚ। ਜਿਵੇਂ ਬੀਬਾ ਉਸ ਦਿਨ ਕਹਿੰਦੀ ਸੀ ਕਿ ਮਨ ਕਈ ਵਾਰ ਅੜ ਜਾਂਦਾ ਹੈ, ਸਾਰਿਆਂ ਦਾ ਅੜਦਾ ਹੈ, ਪਰ ਜਦੋਂ ਅਨਹਦ ਨਾਦ ਸ਼ਬਦ ਦਾ ਵੱਜਦਾ ਹੈ, ਮਹਾਰਾਜ ਕਹਿੰਦੇ ਨੇ, ਤਾਂ ਪੂਰਾ ਚੇਂਜ ਆ ਜਾਂਦਾ ਹੈ ਮਨ ਵਿੱਚ। ਮਨ ਦੀ ਫਾਊਂਡੇਸ਼ਨ ਬਦਲੀ ਹੋ ਗਈ। ਹਉਮੈ ਨੂੰ ਛੱਡ ਕੇ ਨਾਮ ਬਣ ਗਿਆ ਆਧਾਰ ਮਨ ਦਾ। ਸਭ ਕੁਝ ਬਦਲ ਗਿਆ। ਦੇ ਮੁਹਾਰ ਲਗਾਮ ਪਹਿਰਾਵੋਂ, ਸਗਲ ਤਜੀਨ ਗगन दौड़ाऊं। क्या बात है महाराज। सगल तजीन, सब दुनिया तो मन नू तोड़ लिया। सगल तजीन गगन दौड़ाऊं। गगन 10वें द्वार की गल है। सुरत एकागर हो गई, मन शब्द नाल बस गया। अपने विचार सवारी कीजे, सहज के पावड़े पग लग दीजे। असवार हो गए सुरत नू। मन हुण उडारी विच है, आज़ादी विच है।
चल रे बैकुंठ तुझे ले तारूं, ये हिच है तो प्रेम के चाबुक मारूं। न्यारे बंदे की गल चल रही है। दुनिया तो टुट गया, सुरत शब्द नाल जुड़ गई, अनहद नाद मन विच वस गया। यह सिक्खी जे किसी दिन भाग जग जान शायद असी भी कमा पाईए। बड़ी दूर की गल लगती है। अज महाराज किरपा कर। सिद्धां दे कुछ प्रश्न हैं अज दे पदे विच, और वो मन नाल रिलेशन रखते हैं। सिद्ध पुछते हैं महाराज नूं, एह मन मैगुल कहाँ बसीले? यह पहला प्रश्न है। मैगुल का मतलब हाथी हुंदा है। मस्त हाथी मन ही है। जिवें बीबा कह रही सी, किसी दिन तो अड़ जाता है, किधरे फसिया रहिंदा है। ये मन और मैं, इस रिलेशन नूं ही मैं समझना है। मैं अपने आप नूं इस मन नाल इतना रिलेट कर दिता कि इस मन की सारी थॉट मैं अपनी समझदा हाँ। जे मैं इस तो तोड़ दियां, इस मन नूं चार्ज करना छड्ड दियां, तो मैं मन तो दूर हो जावांगा। मेरे मन और मेरे दे विच एक भेद आ जाएगा। मेरे होमे आधार नहीं रहेगी उस मन का। होमे नहीं दसेगी सानू, कन्फ्यूजन हट जाएगी मन बारे। यही होंदा है। मन विच कोई थॉट आई और मैं उसनूं अपना लैंदा हाँ, वो मेरी बन जाती है। फिर मैं उस रंग विच चढ़ जाता है। किसी नाल क्रोध आया, मैं ही क्रोधित हो गया। फिर उस थॉट ने मेरे ते काबू कर लिया। हुण मन मेरा मालक हो गया। पर हर थॉट मेरी है। अगर थॉट है भी तो उहदे और मेरे विच कोई भेद है, कोई डिस्टेंस है, मैं उसनूं जान लवां, यह किस तरह होएगा? मन नूं देख के होएगा। मन नूं देखना पेगा, और देखण नाल भेद आ जाएगा। अपनी शक्ति मन नूं मिलनी बंद हो जाएगी। मन दा सत जानना शुरू हो जाएगा। एक रस्ता साहिब ने सानू दसिया है कि मन नूं शब्द नाल जोड़ लो। जिवें हुण असीं कर रहे हैं, विचार वाला मन शब्द नाल जुड़ जाता है तो विचार गिर गए। फिर मन एकागर होया, शब्द नाल पूरी तरह जुड़ गया। जिवें भगत कबीर कहते हैं, दे मुहार लगाम पहरावो, सगल तजीन गगन दौड़ावो, अपने विचार सवारी कीजे, सहज के पावड़े पग तर लीजे। कि मैं एकागर मन नूं हुण सुरत नाल जोड़िया, शब्द नाल जोड़िया, और आज़ादी नाल उडारी मारदा हाँ। फ्री हो गया, दुनिया तो टुट गया। चल रे बैकुंठ तुझे ले तारूं, जे हिच हैं तो प्रेम के चाबुक मारूं। दसम द्वार की गल बैकुंठ कीती है। दरअसल एक्सपीरियंस भी नहीं है सानू। महाराज नूं यह प्रश्न पूछ रहे हैं, यह मन मैगुल कहाँ बसीले? यह हाथी रूपी मन जिन्ना इन्ना शक्तिशाली है, मेरे ते जिसने काबू किया है, जिधर जाता है मैनू मेरी मैनू नाल घसीटता रहता है, यह किधर वसदा है? यह प्रश्न मैं कदे पूछया नहीं, पूछना बनता है। अगर सिक्खी नूं अपने ते माण है तो अध्यात्म के ज्ञान बारे माण है। उत्थे ही गल शुरू होती है सारी। आत्म रस। फिर दूसरा प्रश्न है, कहाँ बसे है पवना? पिछे पवन बारे कुछ प्रश्न चले सन। कितने आराम नाल महाराज पवन की गल सांझी कर रहे हैं। कोई घबराहट नहीं दिखी है। जिवें अजकल असी घबरा जाते हाँ, प्राणायाम की गल कर रहे हैं, यह सिक्खी नहीं है। छड्ड दो छड्ड दो। श्वास की गल चल रही है, श्वास असी सारे लेंदे हाँ, महाराज उसे की गल कर रहे हैं।
ਔਰ ਉਹਦਾ ਅਗਰ ਕੋਈ ਰੈਲੇਵੈਂਸ ਨਾ ਹੁੰਦਾ ਅਧਿਆਤਮ ਨਾਲ ਤਾਂ ਗੁਰੂ ਸਾਹਿਬ ਇਸ ਬਾਣੀ ਵਿੱਚ ਨਾ ਜੋੜਦੇ ਇਹਨੂੰ। ਇਹ ਸਿੱਖਾਂ ਨੂੰ, ਸਾਨੂੰ ਸਭ ਨੂੰ ਵਿਚਾਰਨੀ ਚਾਹੀਦੀ ਹੈ। ਪ੍ਰਸ਼ਨ ਹੈ, ਕਹਾਂ ਬਸੇ ਇਹ ਪਵਨਾ? ਇਹ ਜਿਹੜੀ ਪਵਨ ਹੈ, ਜਿਹੜਾ ਸਾਡੇ ਜੀਵਨ ਦਾ ਆਧਾਰ ਹੈ, ਇਹ ਕਿੱਥੇ ਵਸਦਾ ਹੈ? ਇੱਥੇ ਪ੍ਰਸ਼ਨ ਹੀ ਬੜੇ ਬੈਫਲਿੰਗ ਹਨ। ਇੱਕ ਵਾਰ ਸਿਰ ਚਕਰਾ ਜਾਂਦਾ ਹੈ। ਸ਼ਬਦ ਦੀ ਗੱਲ ਗੁਰੂ ਮਹਾਰਾਜ ਨੇ ਬਹੁਤ ਵਾਰ ਕੀਤੀ ਹੈ ਇਸ ਬਾਣੀ ਦੇ ਵਿੱਚ। ਅੱਜ ਸਿੱਧਾਂ ਦਾ ਪ੍ਰਸ਼ਨ ਵੀ ਆ ਗਿਆ। ਕਹਾਂ ਬਸੇ ਸੂ ਸ਼ਬਦ ਔਧੂ? ਇਹ ਜਿਹੜਾ ਸ਼ਬਦ ਹੈ, ਇਹ ਕਿੱਥੇ ਵਸਦਾ ਹੈ? ਇਹ ਕੌਣ ਹੈ? ਤਾਂ ਕੋ ਚੁੱਕੇ ਮਨ ਕਾ ਭਾਵਨਾ। ਇਹ ਮਨ ਦਾ ਜਿਹੜਾ ਭਾਵਨਾ ਹੈ, ਜਿਹੜੀ ਮੂਵਮੈਂਟ ਹੈ ਮਨ ਦੀ, ਇਹ ਕਿਸ ਤਰ੍ਹਾਂ ਚੁੱਕੇਗੀ? ਕਹਾਂ ਬਸੇ ਸੂ ਸ਼ਬਦ ਔਧੂ? ਸਾਹਿਬ ਨੂੰ ਪੁੱਛਦੇ ਹਨ, ਕਿੱਥੇ ਵਸਦਾ ਹੈ ਇਹ ਮਨ? ਇਹ ਸ਼ਬਦ ਕਿੱਥੇ ਵਸਦਾ ਹੈ? ਤਾਕੋ ਚੁੱਕੇ ਮਨ ਕਾ ਭਾਵਨਾ। ਤੁਸੀਂ ਇਹ ਕਹਿ ਰਹੇ ਹੋ ਕਿ ਇਹਦੇ ਨਾਲ ਮਨ ਦਾ ਭਾਵਨ ਹਟ ਜਾਏਗਾ। ਕਿੱਥੇ ਕਹਿ ਰਹੇ ਹਨ? ਮਹਾਰਾਜ ਨੇ ਰਹਾਉ ਦੀ ਤੁਕ ਵਿੱਚ ਕਿਹਾ ਹੈ, ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸੱਚੇ ਤਾਂ ਹੋਵਾਂਗੇ, ਭ੍ਰਮਣ ਤਾਂ ਮੁਕੇਗਾ ਜਦੋਂ ਸ਼ਬਦ ਮਿਲੇਗਾ। ਇੱਕ ਗੱਲ ਰਹਿ ਗਈ ਜੀਵਨ ਦੀ, ਸੁਰਤ ਔਰ ਸ਼ਬਦ ਦਾ ਮਿਲਾਪ। ਗੁਰੂ ਨਾਨਕ ਸਾਹਿਬ ਇਸ ਦੇ ਬਾਰੇ ਗੱਲ ਕਰਦੇ ਹਨ। ਇਹ ਇੱਕ ਕਰਮ ਮੈਂ ਇਸ ਜੀਵਨ ਵਿੱਚ ਕਮਾਇਆ ਹੈ ਕਿ ਨਹੀਂ ਕਮਾਇਆ ਹੈ, ਇੱਥੇ ਹਾਰ ਔਰ ਜਿੱਤ ਦਾ ਭੇਦ ਆ ਜਾਂਦਾ ਹੈ। ਇੱਥੇ ਸਹੀ ਔਰ ਗਲਤ ਦਾ ਭੇਦ ਆ ਜਾਂਦਾ ਹੈ। ਬਾਕੀ ਸਭ ਕੁਝ ਕੀ ਕੀਤਾ ਉਸ ਦੀ ਗੱਲ ਨਹੀਂ ਹੋ ਰਹੀ ਹੈ। ਇਹ ਇੱਕ ਕਰਮ ਮੈਂ ਕੀਤਾ ਕਿ ਨਹੀਂ ਕੀਤਾ। ਮੈਂ ਆਪਣੀ ਸੁਰਤ ਨੂੰ ਜਾਣ ਲਿਆ ਔਰ ਸ਼ਬਦ ਨਾਲ ਜੋੜਿਆ ਹੈ ਕਿ ਨਹੀਂ ਜੋੜਿਆ। ਇਹ ਇੱਕ ਗੱਲ ਸਭ ਕੁਝ ਚੇਂਜ ਕਰ ਸਕਦੀ ਹੈ। ਜਿੱਦਨ ਬੀਬਾ ਪੁੱਛ ਰਹੇ ਸਨ, ਉਹ ਮੈਨੂੰ ਇਹਦਾ ਬੜਾ ਕ੍ਰੈਡਿਟ ਦੇ ਰਹੀ ਹੈ। ਭੁਲੇਖੇ 'ਚ ਹੈ, ਇਹ ਮੇਰੇ ਕਰਕੇ ਨਹੀਂ ਹੈ, ਇਹ ਸ਼ਬਦ ਦੀ ਸਾਂਝ ਕਰਕੇ ਹੈ। ਮੈਂ ਵੀ ਤੁਹਾਡੇ ਨਾਲ ਜਦੋਂ ਸ਼ਬਦ ਦੀ ਸਾਂਝ ਕਰਦਾ ਹਾਂ, ਮੇਰਾ ਵੀ ਮਨ ਬਦਲ ਜਾਂਦਾ ਹੈ। ਮਨ ਤੇ ਇੱਕ ਸ਼ਾਹੀ ਦੀ ਤਰ੍ਹਾਂ ਹੈ, ਜਿਸ ਕਲਮ ਦੀ ਤਰ੍ਹਾਂ ਹੈ, ਜਿਸ ਸ਼ਾਹੀ ਨਾਲ ਡੁਬੋਗੇ ਉਸ ਰੰਗ ਵਿੱਚ ਲਿਖਣ ਲੱਗ ਪਏਗਾ। ਸੱਤ ਦੀ ਸ਼ਾਹੀ ਵਿੱਚ ਡੁੱਬੇਗਾ ਤਾਂ ਸੱਤ ਦੇ ਰੰਗ ਸਾਹਮਣੇ ਆ ਜਾਣਗੇ। ਸਭ ਨਾਲ ਇੱਕੋ ਹੀ ਹੈ। ਇਹ ਕਿਸੇ ਨੇ ਕ੍ਰੈਡਿਟ ਲੈਣ ਵਾਲੀ ਕੀ ਗੱਲ ਹੈ ਇਹਦੇ 'ਚ? ਹਾਂ, ਆਪਸ ਦੀ ਸਾਂਝ ਵਿੱਚ ਸ਼ਬਦ ਦੀ ਹਜ਼ੂਰੀ 'ਚ ਬੈਠੀਏ, ਇਹ ਬੜਾ ਮਸਤ ਕੰਮ ਹੈ। ਇਹ ਤੇ ਜਿੰਨਾ ਕੀਤਾ ਉਨਾ ਘੱਟ। ਕੀ ਪਤਾ ਕਿਹੜੇ ਬੀਜ ਬੀਜ ਜਾਣ ਮਨ ਵਿੱਚ, ਕਿਹੋ ਜਿਹੇ ਬੀਜ ਬੀਜੇ ਜਾਣ, ਮੇਰਾ ਕੱਲ ਨਿਰਾਲਾ ਹੋ ਜੇ। ਇਸੇ ਲਈ ਤੇ ਸਾਂਝ ਕਰਦੇ ਹਾਂ, ਸ਼ਬਦ ਦੇ ਬੀਜ ਬੀਜ ਰਹੇ ਹਾਂ। ਅੱਖੋਂ ਦੇਖੀ ਜਿਹੜਾ ਜੀਵਨ ਹੈ, ਉਸ ਤੋਂ ਪਰੇ ਦਾ ਇੱਕ ਜੀਵਨ ਜਾਣਨਾ ਚਾਹੁੰਦੇ ਹਾਂ। ਗੁਰੂ ਤਾਂ ਕਿਧਰੇ ਨਹੀਂ ਗਿਆ ਹੈ, ਪਰ ਗੁਰੂ ਫਿਰ ਸਾਨੂੰ ਰੋਜ਼ ਮਿਲਦਾ ਕਿਉਂ ਨਹੀਂ ਹੈ? ਗੁਰੂ ਤਾਂ ਹਾਜ਼ਰ ਹੈ। ਸਿੱਖ ਦੀ ਅਰਾਧਨਾ ਹੈ ਤਾਂ ਗੁਰੂ ਹਾਜ਼ਰ ਹੈ। ਤਾਂ ਮੇਰੀ ਅਰਾਧਨਾ ਇਕਾਗਰਤਾ ਵਿੱਚ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਮਨ ਦੀ ਇਕਾਗਰਤਾ। ਭਟਕਦੇ ਮਨ ਨਾਲ ਨਹੀਂ ਲੱਭ ਪਾਵਾਂਗਾ। ਮਹਾਰਾਜ ਨੇ ਸਾਨੂੰ ਇਹ ਸਮਝਾਇਆ ਹੈ ਕਿ ਜਿਹੜਾ ਭ੍ਰਮਣ ਹੈ, ਮੂਵਮੈਂਟ ਹੈ ਲਾਈਫ ਦੀ, ਇਹ ਸ਼ਬਦ ਨਾਲ ਥਿਰ ਹੋ ਜਾਏਗੀ। ਪ੍ਰਸ਼ਨ ਮਹਾਰਾਜ ਨੂੰ ਪੁੱਛੇ ਹਨ। ਤੀਜਾ ਪ੍ਰਸ਼ਨ ਹੁਣ ਖਤਮ ਹੋਇਆ ਹੈ। ਪਹਿਲਾ, ਇਹ ਮਨ ਮਹਿਗੁਲ ਕਹਾਂ ਬਸੀਲੇ? ਇਹ ਮਨ ਕਿੱਥੇ ਵਸਦਾ ਹੈ? ਇਹ ਨਹੀਂ ਪੁੱਛ ਰਹੇ ਸਰੀਰ ਕਿੱਥੇ ਵਸਦਾ ਹੈ, ਕਿਉਂਕਿ ਲੋਕ ਬੜੇ ਅੱਗੇ ਨਿਕਲ ਗਏ ਹਨ। ਇਹਨਾਂ ਨੂੰ ਪਤਾ ਹੈ ਸਰੀਰ ਤੇ ਇੱਥੇ ਹੀ ਰਾਖ ਹੋ ਜਾਣਾ ਹੈ। ਗੱਲ ਤੇ ਸਾਰੀ ਮਨ ਦੀ ਹੈ। ਕਹਾਂ ਬਸੇ ਇਹ ਪਵਨਾ? ਇਹ ਪਵਨ ਕਿੱਥੇ ਬਸਦੀ ਹੈ? ਕਹਾਂ ਬਸੇ ਸੂ ਸ਼ਬਦ ਔਧੂ, ਤਾਂ ਕੋ ਚੁੱਕੇ ਮਨ ਕਾ ਭਾਵਨਾ। ਮਨ ਦੀ ਮੂਵਮੈਂਟ ਕਿੱਥੇ ਖਤਮ ਹੋਏਗੀ? ਥਿਰਤਾ ਕਿਧਰੇ ਮਿਲੇਗੀ?
ਇਹ ਸ਼ਬਦ ਕਿੱਥੇ ਵਸਦਾ ਹੈ? ਗੁਰੂ ਸਾਹਿਬ ਨੇ ਸਾਨੂੰ ਦੋ ਸਾਈਕਲਸ ਆਫ ਲਾਈਫ ਸਮਝਾਏ ਹਨ। ਇੱਕ ਕਰਮ ਹੈ ਜਿਹਦੇ ਵਿੱਚ ਮੈਂ ਆਪਣੀ ਡੈਸਟੀਨੀ ਆਪ ਕੰਟਰੋਲ ਕਰਦਾ ਹਾਂ, ਆਪੇ ਬੀਜ ਆਪੇ ਹੀ ਖਾ। ਉਹ ਹੁਕਮ ਦੇ ਵਿੱਚ ਹੈ, ਜੋ ਮੈਂ ਬੀਜਿਆ ਉਹਨੂੰ ਮੈਂ ਖਾਣਾ ਪਏਗਾ। ਨਾਨਕ ਹੁਕਮੀ ਆਵੋ ਜਾ, ਉਹਦੇ ਚ ਆਵਾਗਮਨ ਰਹੇਗਾ। ਕਰਮ ਦਾ ਸਾਈਕਲ ਇਸੇ ਤਰ੍ਹਾਂ ਹੈ, ਇਹ ਸਦਾ ਹੀ ਮੂਵਮੈਂਟ ਵਿੱਚ ਹੈ। ਇਸ ਕਰਕੇ ਅਗਰ ਅਸੀਂ ਕਰਮ ਦੇ ਸਾਈਕਲ ਨੂੰ ਆਧਾਰ ਬਣਾ ਕੇ ਜੀਵਾਂਗੇ ਤਾਂ ਸਦਾ ਅਨਸਟੇਬਲ ਰਵਾਂਗੇ, ਆਜ਼ਾਦ ਨਹੀਂ ਹੋ ਪਾਵਾਂਗੇ। ਪਰ ਗੁਰੂ ਸਾਹਿਬ ਨੇ ਸਾਨੂੰ ਇੱਕ ਹੋਰ ਸਾਈਕਲ ਦੱਸਿਆ ਹੈ, ਨਦਰੀ ਮੋਖ ਦੁਆਰ। ਗੁਰੂ ਕਿਵੇਂ ਸਮਝਾ ਰਹੇ ਹਨ? ਕਿਧਰੇ ਇਹ ਨਹੀਂ ਕਹਿ ਰਹੇ ਕਿ ਇਹ ਮੁਸਲਮਾਨ ਵਾਸਤੇ ਨਹੀਂ ਹੈ, ਇਹ ਸਿਰਫ ਸਿੱਖਾਂ ਨੂੰ ਦੱਸਣਾ ਹੈ। ਇਹ ਐਬਸੋਲੂਟ ਰਿਐਲਿਟੀਜ਼ ਹਨ, ਹਰ ਜਣੇ ਵਾਸਤੇ ਹਨ। ਇੱਥੇ ਕੋਈ ਦੀਵਾਰਾਂ ਨਹੀਂ ਹਨ। ਗੁਰੂ ਨਾਨਕ ਸਾਹਿਬ ਦੀ ਅਧਿਆਤਮ ਸਾਰੇ ਦਰਵਾਜ਼ੇ ਖੁੱਲੇ ਹਨ ਸਭ ਲਈ। ਸੱਤ ਨੂੰ ਜਾਣਨ ਵਾਲਾ ਪੁਰਸ਼ ਆਪਣਾ ਪ੍ਰੇਮ ਹੀ ਦੇ ਸਕਦਾ ਹੈ, ਆਪਣੀ ਅਸੀਸ ਕਿਵੇਂ ਦੇਗਾ? ਸੱਤ ਦਾ ਗਿਆਨ ਵੰਡ ਦੇਗਾ। ਭੁਲੇਖਾ ਤਾਂ ਸਾਡੇ ਸਾਰਿਆਂ 'ਚ ਹੈ, ਸਾਨੂੰ ਮੱਥਾ ਟੇਕਣਾ ਵੀ ਨਹੀਂ ਆਇਆ ਹੈ, ਆਪਣੇ ਆਪ ਨੂੰ ਅਰਪਣ ਕਰਨਾ ਵੀ ਨਹੀਂ ਆ ਰਿਹਾ, ਇਹ ਮਨ ਨੂੰ ਛੱਡਣਾ ਨਹੀਂ ਆ ਰਿਹਾ। ਇਸ ਮਨ ਨੂੰ ਪਕੜ ਕੇ ਮੈਂ ਉਸ ਮਨ ਨੂੰ ਨਹੀਂ ਜਾਣ ਪਾਵਾਂਗਾ ਜਿੱਥੇ ਗੁਰੂ ਬੈਠਾ ਹੈ। ਇਹਨੂੰ ਨਹੀਂ ਛੱਡਾਂਗਾ ਤਾਂ ਉਹ ਹਾਸਿਲ ਨਹੀਂ ਹੋ ਸਕਦਾ। ਮਹਾਰਾਜ ਇਹਨਾਂ ਪ੍ਰਸ਼ਨਾਂ ਦੀ ਇੱਕ ਸਮਰਾਈਜ਼ੇਸ਼ਨ ਕਰ ਦਿੰਦੇ ਹਨ ਕਿ ਜੀਵਨ ਨੂੰ ਨਦਰ ਦੇ ਸਾਈਕਲ ਵਿੱਚ ਜੋੜ ਦਿਓ। ਨਦਰ ਕਰੇ ਤਾਂ ਸਤਿਗੁਰ ਮਿਲੇ, ਤਾਂ ਨਿਜ ਘਰ ਵਾਸਾ ਇਹ ਮਨ ਪਾਏ। ਗੱਲ ਫਿਰ ਮਨ ਦੀ ਹੀ ਹੈ, ਉਹੀ ਮਨ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਹੈ। ਜਿੱਥੇ ਮੇਰੇ ਦੁੱਖ ਔਰ ਸੁੱਖ, ਪਿਛਲੇ ਸਾਰੇ ਜਨਮ, ਸਭ ਮੇਰੇ ਕਰਮ, ਸਭ ਮੇਰੇ ਦੇਖਣ ਦੇ ਨਜ਼ਰੀਏ, ਸਭ ਉਹਦੇ 'ਚ ਹਨ। ਅੱਗੇ ਹਿਰਦੇ ਦੀ ਗੱਲ ਕਰਨਗੇ। ਮਨ ਔਰ ਚਿੱਤ, ਇਹਦੇ 'ਚ ਕੀ ਭੇਦ ਹੈ? ਇਸ ਵਿੱਚ ਸੁਰਤ, ਮਤ, ਮਨ ਔਰ ਬੁੱਧ, ਇਹ ਚਾਰ ਗੱਲਾਂ ਬਾਣੀ ਵਿੱਚ ਸਾਹਿਬ ਨੇ ਸਾਨੂੰ ਦੱਸੀਆਂ ਹਨ। ਸੁਰਤ, ਮਤ, ਮਨ ਔਰ ਬੁੱਧ, ਇਹ ਕੀ ਹਨ ਮਹਾਰਾਜ? ਇਹਦੀ ਵਿਚਾਰ ਕਰਦੇ ਹਾਂ। ਮਹਾਰਾਜ ਕਹਿੰਦੇ ਨੇ ਨਦਰ ਕਰੇ ਤਾਂ ਸਤਿਗੁਰ ਮਿਲੇ। ਮਨ ਦੇ ਦਰਵਾਜ਼ੇ ਨਦਰ ਲਈ ਖੋਲ ਦਈਏ तो फिर की होएगा महाराज? सतगुर के जन्मे गमन मिटाया, आवागमन मिट देगा महाराज। महाराज कहते हैं एक मन विच एक कर है कोई, सतगुर मिले अंधेरा जाए, नानक हो में मेट समाए। समा गया है किधरे, जिमें कि कोई कपड़े उतार के अपनी आज़ादी दे विच पानी दे विच डुब जाता है, समा जाता है समुंदर दे विच, और वो कपड़े मेरी आइडेंटिटी हन, मेरी होमे हन, मैं होमे नूं छड्ड दिता। महाराज कहते हैं ऐ मन चलते हो सच कर बैसे, ए चलदे होए मन नूं त्याग दे, सच दे घर विच बैठ जा। गुरु महाराज नूं इत्थे कई बार नमन करन दा जी करदा है। अज मैं अगर पुछां किसी नूं मैनूं अध्यात्म दा रस्ता दस दिओ, कोई जींदा जी दस ना पाएगा, पर गुरु लिख के चले गए हैं अपनी बाणी नाल, चानण पा रहे हैं। 17 साल यह पोथी महाराज ने अपने नाल संभाली है। इस बाणी नूं जपजी तो पहला प्रगट किया है। कई साल उदासियां विच निकल गए हैं, आप दसदे हैं क्यों निकले हैं। गुरमुख नूं खोजदे निकले हैं, सच दे व्यापारी हैं,
ਮੈਨੂੰ ਵੀ ਸੱਚ ਦਾ ਵਪਾਰੀ ਬਣਨਾ ਪਏਗਾ, ਤਾਂ ਹੀ ਗੁਰੂ ਮਿਲੇਗਾ। ਇੱਥੇ ਹੀ ਚੁੱਕਦਾ ਹਾਂ ਮੈਂ। ਇਹ ਜਿਹੜੀ ਇੱਕ ਗੱਲ ਹੈ ਉਹ ਨਹੀਂ ਸੰਭਾਲ ਪਾ ਰਿਹਾ। ਨਾਨਕ ਲਿਖੇ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਇਹ ਇੱਕ ਗੱਲ ਮੇਰੇ ਹੱਥੋਂ ਨਿਕਲਦੀ ਜਾ ਰਹੀ ਹੈ। ਇਸ ਇੱਕ ਗੱਲ ਨੂੰ ਪੱਲੇ ਬੰਨ੍ਹਣਾ ਹੈ, ਮਨ ਨੂੰ ਸ਼ਬਦ ਨਾਲ ਬੰਨ੍ਹਣਾ ਹੈ। ਇਹ ਇੱਕ ਗੱਲ ਨਹੀਂ ਮੈਂ ਕਰ ਪਾ ਰਿਹਾ। ਇੱਥੇ ਹੀ ਸਾਰੀ ਵਿਆਕੁਲਤਾ, ਪਰੇਸ਼ਾਨੀ ਸਭ ਇੱਥੇ ਹੀ ਫਸੀ ਹੈ। ਗਮ ਚੇ ਬਾਸ਼ਦ, ਗਮ ਦਾ ਕਾਰਨ ਕੀ ਹੈ? ਭਾਈ ਨੰਦ ਲਾਲ ਗੋਆ। ਗਫਲਤ ਅਜ਼ ਯਾਦ ਖੁਦਾ, ਉਸ ਖੁਦਾ ਦੀ ਯਾਦ ਵਿੱਚ ਗਾਫਲ ਹੋ ਜਾਣਾ, ਲਾਪਰਵਾਹ ਹੋ ਜਾਣਾ ਗਮ ਦਾ ਕਾਰਨ ਹੈ। ਮੈਨੂੰ ਤਾਂ ਆਪਣੇ ਗਮ ਦੇ ਕਾਰਨ ਸਿੰਪਟਮਸ ਦਿਖਦੇ ਹਨ। ਮੈਂ ਸਿੰਪਟਮਸ ਨੂੰ ਬਿਮਾਰੀ ਸਮਝਦਾ ਹਾਂ। ਇੱਥੇ ਮੇਰੀ ਗਲਤੀ ਹੈ। ਚੀਸ ਛਾਹ ਦੀ ਯਾਦ ਬੇਇੰਤਹਾ, ਐ ਮਨ ਚਲਤੇ ਹੋ ਸੱਚ ਕਰ ਵੈਸੇ, ਨਾਨਕ ਨਾਮ ਆਧਾਰੋ। ਨਾਮ ਆਧਾਰ ਬਣਾ ਲੈਣਾ ਜੀਵਨ ਦਾ, ਇਹ ਇੱਕ ਮਿਸ਼ਨ ਹੈ ਇਸ ਲਾਈਫ ਦਾ, ਜਿੱਥੇ ਸਭ ਕੁਝ ਮੈਟਰ ਕਰਦਾ ਹੈ। ਮੈਂ ਸਭ ਕੁਝ ਠੀਕ ਕਰ ਲਿਆ ਜੀਵਨ ਵਿੱਚ, ਇਹ ਨਾ ਕੀਤਾ ਤਾਂ ਕੁਝ ਵੀ ਨਾ ਕੀਤਾ। ਇਹ ਇੱਕ ਗੱਲ ਹੈ ਜਿਹੜੀ ਮਹਾਰਾਜ ਸਾਨੂੰ ਬਾਰ-ਬਾਰ ਕਹਿ ਰਹੇ ਹਨ, ਇਹਨੂੰ ਸੰਭਾਲ ਲੈ। ਹਜ਼ੂਰ ਦੀ ਇਸ ਗੱਲ ਤੇ ਸਾਨੂੰ ਕੀ ਸਮਝ ਆ ਰਿਹਾ ਹੈ? ਆਪਣੇ ਜੀਵਨ ਬਾਰੇ ਇਹ ਸਾਨੂੰ ਵਿਚਾਰਨਾ ਹੈ, ਕਿਉਂਕਿ ਇਸ ਤੇ ਐਫਰਟ ਲੱਗੇਗਾ, ਸਮਾਂ ਦੇਣਾ ਪਏਗਾ। ਸ਼ਾਇਦ ਸਵੇਰੇ ਉੱਠਣਾ ਪਏ, ਨੀਂਦ ਤਿਆਗਣੀ ਪਏ, ਸ਼ਾਇਦ ਇਹਦੇ 'ਚ ਮੰਥਨ ਕਰਨਾ ਪਏ, ਸ਼ਾਇਦ ਨਾਮ ਨੂੰ ਸਮਾਂ ਦੇਣਾ ਪਏ, ਨਿਤ ਨਾਮ ਦੇ ਨਾਲ ਸਾਂਝ ਕਰਨੀ ਪਏ। ਇਹਦੇ ਬਿਨਾਂ ਸ਼ਾਇਦ ਨਾ ਹੋਏ, ਕਿਉਂਕਿ ਗੁਰੂ ਨੇ ਨਾਮ ਦੇਣਾ ਹੈ ਮੈਨੂੰ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਜੋਗ ਦੀ ਜੁਗਤ, ਜੁੜਨ ਦੀ ਜੁਗਤ, ਸੱਚ ਰਹੇ ਸਮਾਏ। ਨਾਮ ਹੈ ਜੁੜਨ ਦੀ ਜੁਗਤ। ਗੁਰੂ ਸਾਹਿਬ ਨੇ ਜਿਹੜੀ ਗੱਲ ਸਾਨੂੰ ਬਾਰ-ਬਾਰ ਸਮਝਾਈ ਹੈ, ਮੈਂ ਆਪਣੇ ਮਨ ਨੂੰ ਉਹੀ ਗੱਲ ਦੱਸਣਾ ਚਾਹੁੰਦਾ ਹਾਂ ਬਾਰ-ਬਾਰ। ਇਸ ਕਰਕੇ ਆਪ ਨਾਲ ਸਾਂਝ ਕਰ ਰਿਹਾ। ਮੈਨੂੰ ਵੀ ਉਹਦੀ ਹੀ ਲੋੜ ਹੈ। ਮਹਾਰਾਜ ਨੇ ਕਿਹਾ, ਨਦਰ ਕਰੇ ਤਾਂ ਸਤਿਗੁਰ ਮੇਲੇ। ਔਰ ਗੁਰੂ ਦੇ ਮਿਲਣ ਨਾਲ ਕੀ ਹੋਏਗਾ ਸਾਨੂੰ ਇਸ ਬਾਣੀ ਵਿੱਚ ਦੱਸ ਚੁੱਕੇ ਹਨ। ਤਾਂ ਨਿਜ ਘਰ ਵਾਸਾ ਇਹ ਮਨ ਪਾਏ, ਤਾਂ ਮਨ ਵਿੱਚ ਇੱਕ ਸਟੇਬਿਲਿਟੀ ਆ ਜਾਏਗੀ, ਇੱਕ ਸਟੇਬਲ ਗਰਾਊਂਡ ਮਿਲ ਜਾਏਗਾ। ਉੱਥੇ ਘਰ ਹੈ। ਘਰ ਮਤਲਬ ਸੋਰਸ ਆਫ ਮਾਈ ਬੀਇੰਗ, ਆਤਮਾ ਹੈ। ਉਹ ਮੇਰੇ ਮਨ ਤੋਂ ਹੀ ਰਸਤਾ ਨਿਕਲਦਾ ਹੈ। ਸ਼ਬਦ ਦੀ ਹਜ਼ੂਰੀ ਵਿੱਚ ਇਹ ਰਸਤੇ ਖੁੱਲ੍ਹਦੇ ਹਨ। ਔਰ ਨਿਜ ਘਰ, ਆਪਣੇ ਅੰਤਰ ਦੇ ਘਰ ਵਿੱਚ, ਜਿਸ ਨੂੰ ਸਹਿਜ ਕਿਹਾ ਹੈ ਸਾਹਿਬ ਨੇ, ਥਾਟਲੈਸ, ਸੁੰਨ ਸਮਾਧ, ਇਹ ਮਨ ਨੇ ਪਾ ਲਿਆ। ਇੱਕੋ ਲਾਈਨ ਵਿੱਚ ਜੀਵਨ ਦੀ ਬਦਲਣ ਦੀ ਵਿਧੀ ਦੱਸ ਦਿੱਤੀ। ਅੱਗੇ ਇੱਕ ਬੜੀ ਨਿਰਾਲੀ ਗੱਲ ਕਰਦੇ ਹਨ, ਆਪੇ ਆਪ ਖਾਏ ਤਾਂ ਨਿਰਮਲ ਹੋਵੇ। ਆਪਣੇ ਆਪ ਨੂੰ ਆਪ ਖਾ ਲੇਗਾ ਤਾਂ ਨਿਰਮਲ ਹੋਏਗਾ। ਇਹ ਕੌਣ ਕਿਸ ਨੂੰ ਖਾਏਗਾ ਮਹਾਰਾਜ? ਆਪੇ ਆਪ ਖਾਏ। ਇਹ ਜਿਹੜਾ ਮੇਰਾ ਮੂਵਿੰਗ ਮਾਈਂਡ ਹੈ, ਚਲਤਾ ਮਨ ਹੈ, ਇਸ ਨੂੰ ਮੇਰਾ ਮਨ ਖਾ ਜਾਏਗਾ। ਸ਼ਬਦ ਵਾਸਾ ਵਾਲਾ ਮਨ ਖਾ ਜਾਏਗਾ। ਇਹ ਮਨ ਫਿਰ ਮੇਰੇ ਤੇ ਕਾਬੂ ਨਹੀਂ ਪਾ ਸਕੇਗਾ। ਫਿਰ ਨਿਰਮਲ ਹੋ ਜਾਏਗਾ ਮਨ। ਇੱਥੇ ਹੀ ਮੈਂ ਚੁੱਕ ਜਾਂਦਾ ਹਾਂ। ਮੇਰਾ ਅਭਿਆਸ ਇੰਨਾ ਨਹੀਂ ਹੈ ਕਿ ਮਨ ਨੂੰ ਉਸ ਪਾਰ ਉਤਾਰ ਸਕਾਂ। ਜੇ ਉਤਾਰ ਦਿਆਂਗਾ ਤਾਂ ਆਨੰਦ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਹਦੇ ਲਈ ਅਭਿਆਸ ਦੀ ਲੋੜ ਹੈ, ਸਹਿਜ ਵਿੱਚ, ਸੰਗਤ ਵਿੱਚ ਐਫਰਟ ਦੀ ਲੋੜ ਹੈ। ਸ਼ਬਦ ਔਰ ਸੁਰਤ ਦਾ ਅਭਿਆਸ ਇਹ ਸਿੱਖ ਦਾ ਅਭਿਆਸ ਹੈ। ਕਮਣ ਮੂਲ ਕਮਣ ਮਤਵੇਲਾ, ਕਮਣ ਗੁਰੂ ਕਿਸਕਾ ਤੂੰ ਚੇਲਾ। ਪਵਨ ਆਰੰਭ ਸਤਿਗੁਰ ਮਤਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤ ਇੱਕ ਧੁਨੀ ਨਾਲ, ਧੁਨ ਨਾਲ ਜੁੜ ਜਾਏਗੀ।
ਅੰਤਰ ਦੀ ਇੱਕ ਲਹਿ ਨਾਲ ਮਿਲ ਜਾਏਗੀ, ਜਿੱਥੇ ਮੇਰਾ ਸਭ ਕੁਝ ਬਹਿ ਜਾਏਗਾ, ਆਈਡੈਂਟਿਟੀ ਖਤਮ ਹੋ ਜਾਏਗੀ। ਮੈਂ ਨਹੀਂ ਰਵਾਂਗਾ, ਨਿਰੰਕਾਰ ਦੇ ਆਨੰਦ ਦੇ ਦਰਸ਼ਨ ਰਹਿਣਗੇ। ਭਗਤ ਕਬੀਰ ਵੀ ਇਸੇ ਤਰ੍ਹਾਂ ਸਮਝਾ ਰਹੇ ਹਨ। ਗੱਲ ਤਾਂ ਇੱਕੋ ਹੀ ਹੈ, ਕਈ ਤਰ੍ਹਾਂ ਨਾਲ ਦੱਸੀ ਹੈ ਮਹਾਰਾਜ ਨੇ। ਬੰਦੇ ਖੋਜਦੇ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮੈਂ ਪਰੇਸ਼ਾਨੀਆਂ ਦਾ ਕਾਰਨ ਬਾਹਰ ਦੇਖਦਾ ਹਾਂ, ਮੈਂ ਉਹਨਾਂ ਨੂੰ ਪਰੇਸ਼ਾਨੀ ਜਾਣਦਾ ਹਾਂ। ਮਹਾਰਾਜ ਦੱਸ ਰਹੇ ਹਨ ਕਿ ਜੀਵਨ ਦੀ ਪਰੇਸ਼ਾਨੀ ਇੱਕ ਜਗ੍ਹਾ ਹੈ ਜੋ ਮਨ ਦੇ ਅੰਦਰ ਹੀ ਹੈ, ਉੱਥੇ ਸੋਲਵ ਕਰਨੀ ਹੈ। ਬਾਹਰ ਦੇ ਕਾਰਨ ਆਪਣੇ ਆਪ ਸਿੰਪਟਮਸ ਹਟਦੇ ਜਾਣਗੇ ਜਿਸ ਤਰ੍ਹਾਂ ਮੈਂ ਚੱਲਦਾ ਜਾਵਾਂਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹਰ ਰੋਜ਼ ਖੋਲਾਂਗਾ, ਹਰ ਰੋਜ਼ ਮਨ ਦੇ ਵਿੱਚ ਉਤਰਾਂਗਾ, ਹਰ ਰੋਜ਼ ਮਨ ਨਾਲ ਸਾਂਝ ਪਾਵਾਂਗਾ, ਹਰ ਰੋਜ਼ ਸ਼ਬਦ ਨਾਲ ਸਾਂਝ ਪਾਵਾਂਗਾ, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਮਨ ਨੂੰ ਖੜਾ ਕਰ ਦੇਣਾ ਹੈ। ਕਹਿੰਦੇ ਨੇ ਟੁਕ ਦਮ ਕਰਾਰੀ ਜੋ ਕਰੇ, ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼। ਮਹਾਰਾਜ ਕਹਿੰਦੇ ਨੇ ਆਪੇ ਆਪ ਖਾਏ ਤਾਂ ਨਿਰਮਲ ਹੋਵੇ। ਤਾਂ ਜਦ ਮੈਂ ਹੀ ਨਹੀਂ ਰਵਾਂਗਾ ਤਾਂ ਨਿਰਮਲ ਹੋ ਜਾਵਾਂਗਾ। ਜੋ ਉਹਦਾ ਬਣਿਆ ਮਨ ਹੈ ਉਸ ਦੇ ਵਿੱਚ ਮੇਰਾ ਵਾਸਾ ਹੋ ਗਿਆ, ਤਾਂ ਮੇਰਾ ਮੈਂ ਖਾਇਆ ਗਿਆ। ਤਾਵਤ ਵਰਜ ਰਹਾਏ। ਇਹ ਜਿਹੜੀ ਮੂਵਮੈਂਟ ਹੈ ਇਹ ਸਟੇਬਿਲਿਟੀ ਵਿੱਚ ਮਿਲ ਜਾਏਗੀ। ਤਾਵਤ ਵਰਜ ਰਹਾਏ, ਤਾਵਤ ਵਰਜ ਰਹਾਏ। ਇਹ ਸਟੇਬਲ ਹੋ ਜਾਏਗਾ ਮਨ, ਫਿਰ ਇਹ ਇੱਕ ਜਗ੍ਹਾ ਠਹਿਰ ਜਾਏਗਾ। ਇਸ ਨੂੰ ਫਿਰ ਲੋੜ ਨਹੀਂ ਹੈ, ਇਹਦੀ ਭੁੱਖਾਂ ਮਿਟ ਜਾਣਗੀਆਂ। ਇਹਦਾ ਇਹ ਮਤਲਬ ਨਹੀਂ ਕਿ ਜੀਵਨ ਦੀ ਮੈਨੂੰ ਰੋਟੀ ਦੀ ਭੁੱਖ ਖਤਮ ਹੋ ਜਾਏਗੀ। ਇਹਦਾ ਇਹ ਮਤਲਬ ਹੈ ਕਿ ਮਨ ਜਿਹੜਾ ਅਨਫੁਲਫਿਲਡ ਹੈ ਉਹ ਪੂਰਨਤਾਈ ਵਿੱਚ ਆ ਜਾਏਗਾ। ਇਹ ਜਿਹੜੀ मूवमेंट है रुक जाएगी, वर्ज, और रह जाएगा फिर, नहीं तो रहेगा नहीं। नहीं तो जो बनया है वो आइडेंटिटी भी बह जाण वाली है। ਅਸੀਂ ਅਧਿਆਤਮ ਨੂੰ ਖੋਜ ਰਹੇ ਹਾਂ, ਬ੍ਰਹਮ ਗਿਆਨ ਨੂੰ ਜਾਣਨਾ ਚਾਹੁੰਦੇ ਹਾਂ। ਇਹ ਬਾਣੀ ਉਸ ਦਾ ਸਬੂਤ ਹੈ। डायरेक्शन जीवन की की होनी चाहिए है, यह प्रूफ है। गुरु नानक साहब किस वस्तु नाल डील करते हैं, यह उस ज्ञान की गल चल रही है। असी किसी नूं लभ नहीं पावांगे दुनिया विच जिहड़ा सानूं दस सकेगा कि रियलाइजेशन, गॉड रियलाइजेशन कित्थे है। यह बाणी हर कदम ते दस रही है। आपे आख खाए, आपे आप खाए ता निर्मल होवे, तावत वर्ज रहाए। मूवमेंट खत्म हो जाएगी, इंस्टेबिलिटी हट जाएगी, परफेक्शन मिल जाएगी जीवन विच। ईगो गिरी, परफेक्शन आ गई। मेरे मैं करन विच इम्परफेक्शन है, इट्स द बिगिनिंग ऑफ अ मिस्टेक। हाँ, जदों मैं भी सब शब्द नाल गाइड होके चलती है, फिर वो भी जुड़ जाती है। अगे एक होर प्रश्न सिद्धां दा आ रहा है, बहुत जल्दी च लगते हैं। कहो मूल पछाणे आत्म जाने। मूल नूं किवें पछाण सकदा? वॉट इज फाउंडेशन ऑफ लाइफ? मूल। कहो मूल पछाणे, किवें पछाणिया जाएगा कि मूल की है? आत्म जाने, आत्मा नूं किवें जान पावांगा? ये प्रश्न बड़े डूंगे हैं। दीज आर क्वेश्चंस ऑफ दोज हू सीक रियलाइजेशन, सीक स्पिरिट, अवेयरनेस ऑफ देयर स्पिरिट, दोज हू वांट टू सी व्हाट्स द रियल लाइफ, ट्रांसेंड द चेंज and find that part of life which is forever and permanent. These are questions of those people. I don't even think in these dimensions. पर ये प्रश्न बड़े
ਨਿਰਾਲੇ ਹਨ। ਦੇ ਆਰ ਵੈਰੀ awakening questions. They can awaken me from my slumber. ਕਉ ਸਸ ਕਰ ਸੂਰ ਸਮਾਵੇ। ਸਸ ਮਤਲਬ how will the moon, how will the sun reside in the moon? ਕਉ ਸਸ ਕਰ ਸੂਰ ਸਮਾਵੇ। ਮੂਨ ਦੇ ਵਿੱਚ ਚੰਦਰਮਾ ਦੇ ਵਿੱਚ ਸੂਰਜ ਕਿਵੇਂ ਸਮਾਏਗਾ? ਇਹਦਾ ਕੀ ਮਤਲਬ ਹੈ? ਚੰਦਰਮਾ ਦੇ ਵਿੱਚ ਸੂਰਜ ਕਿਵੇਂ ਸਮਾਏਗਾ? ਸੂਰਜ ਦਾ ਮਤਲਬ ਤਪਸ਼ ਹੈ। ਮੇਰਾ ਮਨ ਤਪਸ਼ ਵਿੱਚ ਹੈ। ਹਉਮੈ ਦਾ ਮਨ ਹਮੇਸ਼ਾ ਤਪਸ਼ ਵਿੱਚ ਹੈ, ਕੌਨਫਲਿਕਟ ਵਿੱਚ ਹੈ, ਡੁਐਲਿਟੀ ਦੇ ਵਿੱਚ ਹੈ, ਔਰ ਉਹਦੇ ਕਰਕੇ ਤਪ ਰਿਹਾ ਹੈ। ਠੰਡਕ ਵਿੱਚ ਨਹੀਂ ਹੈ। ਪਰ ਮੇਰੇ ਮਨ ਦੇ ਵਿੱਚ ਇੱਕ ਮਨ ਹੈ ਜਿਹੜਾ ਸਦਾ ਹੀ ਠੰਡ ਵਿੱਚ ਹੈ, ਜਿੱਥੇ ਮੈਂ ਰਾਤ ਦੀ ਨੀਂਦਰ ਵਿੱਚ ਚਲਾ ਜਾਂਦਾ। ਇਸ ਕਰਕੇ ਜਦੋਂ ਮੈਂ ਉੱਠਦਾ ਹਾਂ ਮੈਂ ਰਿਫਰੈਸ਼ ਹੋ ਜਾਂਦਾ ਹਾਂ, ਉਸ ਨਾਲ ਜੁੜ ਜਾਂਦਾ ਹਾਂ ਮੈਂ, ਕਿਉਂਕਿ ਉਸ ਨੀਂਦਰ ਦੀ ਡੂੰਘਾਈ ਦੇ ਵਿੱਚ ਕਿਧਰੇ ਹਉਮੈ ਗਿਰ ਜਾਂਦੀ ਹੈ ਥੋੜ੍ਹੇ ਸਮੇਂ ਲਈ। ਉਸ ਦੇ ਬਿਯੋਂਡ ਮੈਂ ਫਿਰ ਉਸ ਆਤਮਾ ਨਾਲ ਜੁੜ ਜਾਂਦਾ ਹਾਂ ਜਿਹੜੀ ਮੇਰੀ ਕ੍ਰੀਏਟਰ ਹੈ। ਇਸ ਕਰਕੇ ਆਈ ਕੈਨ ਲਿਵ। ਪ੍ਰਸ਼ਨ ਇਹ ਪੁੱਛ ਰਹੇ ਹਨ ਯੋਗੀ, ਕਉ ਸਸ ਕਰ ਸੂਰ ਸਮਾਵੇ। ਚੰਦਰਮਾ ਦੇ ਵਿੱਚ ਸੂਰਜ ਕਿਵੇਂ ਸਮਾਏਗਾ? ਮੂਨ ਦੇ ਵਿੱਚ ਸਨ ਕਿਵੇਂ ਸਮਾਏਗਾ? ਮੂਨ ਦੇ ਵਿੱਚ ਐਕਟੀਵਿਟੀ ਨਹੀਂ ਹੁੰਦੀ, ਉਹਦੇ 'ਚ ਠੰਡਕ ਹੈ, ਉਹ ਸਟੇਬਲ ਹੈ, ਚੇਂਜ ਨਹੀਂ ਹੈ ਉੱਥੇ। ਮੇਰੇ ਮਨ ਦੇ ਵਿੱਚ ਵੀ ਇੱਕ ਮੂਨ ਲਾਈਕ ਫੇਜ਼ ਹੈ ਜਿੱਥੇ ਕੋਈ ਚੇਂਜ ਨਹੀਂ ਹੈ, ਸਦਾ ਠੰਡਕ ਆਨੰਦ ਦੀ ਹਵਾ ਬਹਿੰਦੀ ਹੈ। ਆਵਾਗਾਮ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਾਮੂਰ। ਸਦਾ ਹੀ ਹਰਿਆਲੀ ਹੈ ਉੱਥੇ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉੱਥੇ ਸਦਾ ਹੀ ਆਨੰਦ ਹੈ। ਉਹ ਮੇਰੇ ਮਨ ਦੇ ਵਿੱਚ ਹੀ ਹੈ। ਤੋਹੇ ਸੰਗ ਸਮਾਏ, ਮੇਰੇ ਸੰਗ ਰਹਿੰਦਾ ਹੈ ਉਹ। ਮੇਰੇ ਤੋਂ ਬਹੁਤਾ ਦੂਰ ਨਹੀਂ ਹੈ। ਅੰਦਰ ਝਾਂਕੀ ਮਾਰਨ ਦੀ ਲੋੜ ਹੈ। ਇਹ ਮਹਾਰਾਜ ਸਮਝਾ ਰਹੇ ਹਨ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨ ਮਹਾਰਾਜ, ਬਖਸ਼ ਦਿਓ ਮਹਾਰਾਜ। ਸਾਹਿਬ ਦੱਸਦੇ ਹਨ, ਕਿਉਂ ਸਸ ਘਰ ਸੂਰ ਸਮਾਵੇ। ਇਸ ਚੰਦਰਮਾ ਰੂਪੀ ਮਨ ਵਿੱਚ ਮੇਰਾ ਤਪਸ਼ ਵਾਲਾ ਮਨ ਸਮਾ ਜਾਏਗਾ। ਉਹਦੀ ਤਪਸ਼ ਖਤਮ ਹੋ ਜਾਏਗੀ, ਉਹਦੀ ਗਰਮੀ ਖਤਮ ਹੋ ਜਾਏਗੀ, ਉਹਦੀ ਮੂਵਮੈਂਟ ਖਤਮ ਹੋ ਜਾਏਗੀ, ਉੱਥੇ ਸਟੇਬਿਲਿਟੀ ਆ ਜਾਏਗੀ। ਇਹ ਕਿਵੇਂ ਹੋਏਗਾ? ਸਿੱਧ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਹਨ। ਕਿਆ ਨਿਰਾਲੀ ਬਾਤਾਂ ਹੈ। ਅਧਿਆਤਮ ਦੀ ਡੂੰਘਾਈ ਦੇ ਰਸ ਵਿੱਚ ਚੱਲਦੇ ਹਾਂ। ਉਹਨਾਂ ਲੋਕਾਂ ਦੇ ਵਿੱਚ ਬੈਠ ਗਏ ਹਾਂ ਜਿਹੜੇ ਸੱਚ ਦੇ ਵੰਜਾਰੇ ਹਨ। ਇਸ ਬਾਣੀ ਦੀ ਨਿਰਾਲੇ ਦਰਸ਼ਨ ਕਿੱਥੇ ਲੈ ਗਈ ਮਨ ਨੂੰ। ਬੜੀ ਕਿਰਪਾ ਹੈ ਮਹਾਰਾਜ ਦੀ। ਮਹਾਰਾਜ ਕਹਿੰਦੇ, ਗੁਰਮੁਖ ਹਉਮੈ ਵਿੱਚੋਂ ਖੋਵੇ। ਗੁਰਮੁਖ ਉਹ ਹੈ ਗੁਰੂ ਦੇ ਵੱਲ ਜਿਸ ਨੇ ਆਪਣੀ ਹਉਮੈ ਨੂੰ ਤਿਆਗ ਦਿੱਤਾ ਹੈ। ਕਿਵੇਂ ਤਿਆਗਿਆ ਮਹਾਰਾਜ? ਸ਼ਬਦ ਨਾਲ। ਤਾਂ ਨਾਨਕ ਸਹਿਜ ਸਮਾਵੇ। ਤਾਂ ਫਿਰ ਸਹਿਜ ਵਿੱਚ ਸਮਾ ਗਿਆ ਹੈ। ਇਹ ਸਿਰਫ ਮਨ ਦੀ ਗੱਲ ਚੱਲ ਰਹੀ ਹੈ ਸਾਰੀ, ਮੇਰੇ ਔਰ ਤੁਹਾਡੇ ਮਨ ਦੀ, ਸਟੇਟ ਆਫ ਮਾਈਂਡਸ ਦੀ। ਹਾਊ ਟੂ ਟ੍ਰਾਂਸੈਂਡ ਦ ਚੇਂਜਿੰਗ ਮਾਈਂਡ, ਕੰਡੀਸ਼ਨਡ ਮਾਈਂਡ, ਜਿਸ ਨੂੰ ਚਿੱਤ ਕਹਿੰਦੇ ਹਨ ਮਹਾਰਾਜ। ਸੁਰਤ ਦੇ ਬਾਅਦ ਉਸ ਮਨ ਦੇ ਪਹਿਲੂ ਬੁੱਧ, ਸੁਰਤ, ਮਤ, ਮਨ ਔਰ ਬੁੱਧ। ਇਹ ਮਨ ਦੇ 4 ਪਹਿਲੂ ਹਨ, 4 ਸਟੇਜਸ ਹਨ। ਇਕਾਗਰ ਮਨ, ਬੁੱਧ ਇੰਟੈਲੈਕਟ, ਜਿੱਥੇ ਮੈਂ ਵਿਚਾਰਦਾ ਹਾਂ। ਸੁਰਤ ਮੇਰੀ ਚਿੱਤ ਹੈ, ਜਿੱਥੇ ਸਭ ਕੁਝ ਸੇਵਡ ਹੈ। ਮੇਰੀ ਮੈਮਰੀਜ਼, ਸਾਰੇ ਜਨਮਾਂ ਦੇ ਕਰਮ, ਸਾਰੇ ਜਨਮਾਂ ਦੀ ਥਾਟ ਪ੍ਰੋਸੈਸਿਸ, ਸਭ ਮਿਲਣਾ ਔਰ ਵਿਛੜਨਾ, ਸਾਰਾ ਕੁਝ ਉੱਥੇ ਸੰਸਕਾਰ ਦੇ ਰੂਪ ਵਿੱਚ ਹਾਜ਼ਰ ਹੈ। ਅੱਜ ਕੱਲ੍ਹ ਹਿਪਨੋਥੈਰੇਪੀ ਨਾਲ ਪਿਛਲੇ ਜਨਮਾਂ ਵਿੱਚ ਲੈ ਜਾਂਦੇ ਹਨ। ਸਭ ਕੁਝ ਮਨ ਚੋਂ ਨਿਕਲ ਆਉਂਦਾ ਹੈ। ਗੁਰਮੁਖ ਹਉਮੈ ਵਿੱਚੋਂ ਖੋਵੇ। ਇਸ ਹਉਮੈ ਨੂੰ ਤਿਆਗ ਦਿੱਤਾ ਤਾਂ ਮਹਾਰਾਜ ਕਹਿੰਦੇ ਨੇ ਸਹਿਜ ਮਿਲ ਗਿਆ। ਇੱਕ ਪਰਮਾਨੈਂਟ
ਹਰਿਆ ਗਾਰਡਨ ਮਿਲ ਗਿਆ ਜਿੱਥੇ ਸਦਾ ਹੀ ਆਨੰਦ ਹੈ। ਅਗਲੇ ਪਦੇ ਵਿੱਚ ਇਸ ਪਦੇ ਦੀ ਪੂਰੀ ਡਿਟੇਲਡ ਜਵਾਬ ਗੁਰੂ ਨਾਨਕ ਸਾਹਿਬ ਬਖਸ਼ਦੇ ਹਨ। ਪ੍ਰਸ਼ਨ ਇਹ ਹੈ, ਇਹ ਮਨ ਮੈਂ ਗੁਲ ਕਹਾਂ ਬਸੀਲੇ, ਔਰ ਇਸ ਪਦੇ ਵਿੱਚ ਜਵਾਬ ਹੈ, ਇਹ ਮਨ ਨਿਹਚਲ ਹਿਰਦੇ ਵਸੀਲੇ। ਹਿਰਦੇ ਦਾ ਮਤਲਬ ਆਤਮਾ ਹੈ। ਮੇਰੀ ਆਤਮਾ ਦੇ ਵਿੱਚ ਵਸਦਾ ਹੈ ਮਨ। ਇਹ ਕਿਧਰੇ ਆਉਂਦਾ ਜਾਂਦਾ ਨਹੀਂ ਹੈ। ਇਹਦਾ ਤੱਤ ਗਿਆਨ, ਇਹਦਾ ਬੇਸਿਕ, ਇਹਦਾ ਮੂਲ ਜਿਹੜਾ ਹੈ ਉਹ ਸਦਾ ਸਟੇਬਲ ਹੈ, ਜਿਸ ਨੂੰ ਮੈਂ ਜਾਣਦਾ ਨਹੀਂ, ਜਿਸ ਨੂੰ ਮੈਂ ਰਿਅਲਾਈਜ਼ ਨਹੀਂ ਕੀਤਾ। ਮੈਂ ਸਿਰਫ ਚੇਂਜਿੰਗ ਮਨ ਨੂੰ ਜਾਣਦਾ ਹਾਂ। ਮਹਾਰਾਜ ਕਹਿੰਦੇ ਨੇ ਇਹ ਮਨ ਨਿਹਚਲ ਹਿਰਦੇ ਵਸੀਲੇ, ਇਹ ਆਤਮਾ ਦੇ ਵਿੱਚ ਵਸਦਾ ਹੈ। ਇਹਦਾ ਔਰ ਆਤਮਾ ਦਾ ਕਨੈਕਸ਼ਨ ਹੈ। ਤਾਂ ਕੁਐਸਚਨ ਸਾਰੇ ਮਨ ਬਾਰੇ ਉੱਠ ਰਹੇ ਹਨ, ਸਰੀਰ ਬਾਰੇ ਨਹੀਂ ਉੱਠ ਰਹੇ ਹਨ। ਕੀ ਕਾਰੋਬਾਰ ਕਰਨਾ ਉਹਦੇ ਬਾਰੇ ਨਹੀਂ ਉੱਠ ਰਹੇ ਹਨ। ਕੀ ਖਾਣਾ ਹੈ, ਕੀ ਪੀਣਾ ਹੈ, ਉਹਦੇ ਬਾਰੇ ਨਹੀਂ। ਮਨ ਨੂੰ ਕਿਵੇਂ ਸੰਭਾਲਣਾ ਹੈ, ਇਹ ਸਾਰੇ ਇਸ਼ੂਜ਼ ਰਿਲੇਟਡ ਟੂ ਸਪਿਰਿਟ ਹੈ, ਟੂ ਮਾਈ ਆਤਮਾ ਹੈ। ਆਤਮ ਰਸ ਦੇ ਨਾਲ ਰਿਲੇਸ਼ਨ ਰੱਖਦੇ ਹੈ, ਜਿਸ ਨੂੰ ਲੋਕ ਕਹਿੰਦੇ ਹਨ ਸੈਲਫ ਐਕਚੁਅਲਾਈਜੇਸ਼ਨ, ਗੋਡ ਰਿਅਲਾਈਜੇਸ਼ਨ। ਇਹ ਸਾਰੇ ਅੱਜ ਕੱਲ੍ਹ ਸ਼ਬਦ ਵਰਤੇ ਜਾਂਦੇ ਆ, ਪਰ ਇਹਦਾ ਮਾਰਗ ਕੀ ਹੈ? ਇਹਦਾ ਗਿਆਨ ਕਿਸ ਨੂੰ ਹੈ? ਮਹਾਰਾਜ ਕਹਿੰਦੇ ਨੇ ਮਨ ਜਿਹੜਾ ਹੈ ਹਿਰਦੇ ਦੇ ਵਿੱਚ ਵਸਦਾ ਹੈ। ਚਿੱਤ ਹੈ ਹਿਰਦੇ ਵਿੱਚ, ਜਿਹਦੇ 'ਚ ਮੈਮਰੀ ਹਨ, ਸਾਰੀ ਕੰਡੀਸ਼ਨਿੰਗ ਹੈ ਮੇਰੀ। ਮੈਂ ਕੌਣ ਹਾਂ, ਮੈਂ ਡਿਫਾਈਨ ਕਰਦਾ ਆਇਆ ਇਤਨੇ ਜਨਮਾਂ ਤੋਂ, ਉਹ ਸਭ ਉਹਦੇ 'ਚ ਵਸਦਾ ਹੈ। ਫਿਰ ਇੰਟੈਲੈਕਟ ਹੈ, ਜਿੱਥੇ ਮੈਂ ਵਿਵੇਕ ਬੁੱਧੀ ਹੈ, ਜਿਸ ਨੂੰ ਬੁੱਧ ਕਿਹਾ ਹੈ। ਫਿਰ ਚੱਲਦਾ ਮਨ ਹੈ, ਜਿੱਥੇ ਥਾਟਸ ਹਮੇਸ਼ਾ ਚੱਲਦੀ ਰਹਿੰਦੀ ਹੈ, ਮਨ। ਫਿਰ ਇਕਾਗਰ, ਇਹਨਾਂ ਤਿੰਨਾਂ ਦੀ ਇਕਾਗਰਤਾ ਸੁਰਤ ਹੈ। ਸੁਰਤ, ਮਤ, ਮਨ ਔਰ ਬੁੱਧ। ਗੁਰਮੁਖ ਮੂਲ ਪਛਾਣ ਰਹੇ। ਇਹ ਕੌਣ ਜਾਣਦਾ ਹੈ? ਜਿਸ ਨੇ ਮੂਲ ਨੂੰ ਜਾਣ ਲਿਆ, ਜਿਹੜੇ ਮਨ ਦੇ ਰੂਟ ਨੂੰ ਪਕੜ ਲਿਆ, ਜਿਸ ਨੇ ਹਉਮੈ ਨੂੰ ਤਿਆਗ ਕੇ ਉੱਥੇ ਪਹੁੰਚ ਗਿਆ ਸ਼ਬਦ ਦੇ ਜ਼ਰੀਏ। ਉਹ ਜਾਣ ਗਿਆ ਕਿ ਇਹ ਮਨ ਨਿਹਚਲ ਹਿਰਦੇ ਵਿੱਚ ਹੈ ਕੀ। ਜਿਵੇਂ ਤ੍ਰਿਕੁਟੀ ਦੀ ਗੱਲ ਚੱਲੀ ਸੀ ਪਿੱਛੇ, ਈੜਾ, ਪਿੰਗਲਾ, ਸੁਖਮਨਾ, ਨਾੜੀਆਂ ਦੀ ਗੱਲ ਚੱਲੀ ਸੀ। ਉਸ ਤੋਂ ਪਰੇ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁੱਖ ਪਾਪ ਕਾ ਨਾਸ। ਨਾਮ ਸੁਣਨ ਨਾਲ ਦੁੱਖ ਔਰ ਪਾਪ ਦਾ ਨਾਸ ਹੋ ਜਾਏਗਾ। ਗੁਰੂ ਸਾਹਿਬ ਨੇ ਹੁਣ ਅੱਗੇ ਫਿਜ਼ੀਓਲੋਜੀ ਦੀ ਗੱਲ ਚਲਾ ਦਿੱਤੀ ਹੈ। ਐਸ ਜਿਸ ਪਵਨ ਦੀ ਗੱਲ ਸਿੱਧਾ ਨੇ ਛੇੜੀ ਸੀ, ਮਹਾਰਾਜ ਕਹਿੰਦੇ ਨੇ ਨਾਭ ਪਵਨ ਘਰ ਆਸਣ ਬੈਸੇ। ਨਾਭੀ ਦੇ ਵਿੱਚ ਇਸ ਪਵਨ ਦਾ ਆਸਣ ਹੈ। ਸਾਨੂੰ ਸਿੱਖਾਂ ਨੂੰ ਪੜ੍ਹਨਾ ਚਾਹੀਦਾ ਹੈ। ਅਸੀਂ ਡਰਦੇ ਹਾਂ, ਆਈਡੈਂਟਿਟੀ ਤੋਂ ਡਰ ਜਾਂਦੇ ਹਾਂ। ਨਾਭੀ ਦੀ ਗੱਲ ਚਲਾਈ ਗੁਰੂ ਸਾਹਿਬ, ਨਾਭੀ ਦੀ ਗੱਲ ਇੱਥੇ ਕਰ ਰਹੇ ਹਨ, ਪਵਨ ਦੀ ਗੱਲ ਕਰ ਰਹੇ ਹਨ। ਅਸੀਂ ਐਵੇਂ ਡਰੀ ਫਿਰਦੇ ਹਾਂ। ਅਧਿਆਤਮ ਦੀ ਐਕਸਪਲੋਰੇਸ਼ਨ, ਇਹਦੇ ਨਾਲ ਉਲਝਣਾ, ਮਨ ਨੂੰ ਇਸ ਨਾਲ ਸਾਂਝ ਪਾਉਣਾ, ਟੂ ਬਿਕਮ ਮੋਰ ਅਵੇਅਰ ਆਫ ਸਪਿਰਿਚੁਅਲਿਟੀ, ਦਿਸ ਇਜ਼ ਪਾਰਟ ਆਫ ਦ ਹੋਲ ਐਸੈਂਸ ਆਫ ਐਕਸਪਲੋਰੇਸ਼ਨ ਆਫ ਸਪਿਰਿਚੁਅਲਿਟੀ। ਤਾਂ ਅਸੀਂ ਡਰਦੇ ਕਿਉਂ ਹਾਂ ਇੰਨਾ? ਗੁਰੂ ਕਹਿੰਦੇ ਨਾਭੀ ਦੇ ਵਿੱਚ ਵਸਦਾ ਹੈ। ਨਾਭੀ ਦੀ ਗੱਲ ਇੰਡੀਅਨ ਮੈਥੋਲੋਜੀ ਦੇ ਵਿੱਚ ਇਗਨੋਰ ਕੀਤੀ ਗਈ ਹੈ। ਜਿਹੜੇ ਚੱਕਰਾਂ ਦੀ ਗੱਲ ਚੱਲਦੀ, ਉਹਦੇ ਵਿੱਚ ਨਾਭੀ ਦੀ ਗੱਲ ਨਹੀਂ ਚੱਲ ਰਹੀ ਹੈ। ਜਾਪਾਨ ਔਰ ਚਾਈਨਾ ਵਿੱਚ ਚੱਲ ਰਹੀ ਹੈ। ਉਸ ਨੂੰ ਹਾਰਾ ਕੀਰੀ ਇੱਕ ਸ਼ਬਦ ਹੈ, ਜਾਪਾਨ 'ਚ ਵਰਤਦੇ ਆ। ਉਹ ਇਹਨੂੰ ਡੈਥ ਸੈਂਟਰ ਜਾਣਦੇ ਆ ਕਿ ਇੱਥੋਂ ਮਰੇਗਾ ਇਨਸਾਨ। ਹਾਰਾ ਕੀਰੀ, ਇਹ ਸ਼ਬਦ ਉੱਥੋਂ ਆ ਰਿਹਾ ਹੈ। ਮੈਂ ਨਹੀਂ ਜਾਣਿਆ, ਪਰ ਮਹਾਰਾਜ ਇੱਥੇ ਦੱਸ ਰਹੇ ਹਨ ਕਿ ਇਹ ਪਵਨ ਦਾ ਵਾਸਾ ਨਾਭੀ ਦੇ ਵਿੱਚ ਹੈ। ਨਾਭ ਪਵਨ ਘਰ ਆਸਣ ਬੈਠੇ ਪੈਸੇ, ਉੱਥੇ ਆਸਣ ਹੈ ਜਿਹਦੇ ਵਿੱਚ ਬੈਠਦਾ ਹੈ ਉਹ। ਗੁਰਮੁਖ ਖੋਜਤ ਤਤ ਲਹੇ, ਜੋ ਖੋਜੇਗਾ ਉਹ ਇਸ ਤੱਤ ਨੂੰ ਜਾਣ ਲਏਗਾ। ਅਸੀਂ ਖੋਜ ਨਹੀਂ ਪਾਉਂਦੇ, ਅਸੀਂ ਇਸ ਐਕਸਪਲੋਰੇਸ਼ਨ ਵਿੱਚ ਜਾਂਦੇ ਹੀ ਨਹੀਂ ਹਾਂ। ਅੱਜ ਕੱਲ੍ਹ ਤੇ ਅਸੀਂ ਹੁਣ ਕਹਿੰਦੇ ਹਾਂ ਕਿ ਉੱਠਣਾ ਵੀ ਠੀਕ ਨਹੀਂ ਹੈ ਸਵੇਰੇ। ਐਫਰਟ ਕਰਨ ਦੀ ਲੋੜ ਹੀ ਨਹੀਂ ਹੈ। ਫਿਰ ਆਪਸੀ ਬਹਿਸ ਵਿੱਚ ਹੀ ਸਾਨੂੰ ਗਿਆਨ ਮਿਲ ਜਾਏਗਾ, ਇਵੇਂ ਲੱਗਦਾ ਹੈ। ਪਰ ਮਹਾਰਾਜ ਕੀ ਦੱਸਦੇ ਹਨ? ਐਫਰਟ ਕਰਨਾ ਹੈ, ਸ਼ਬਦ ਔਰ ਸੁਰਤ ਦੀ ਸਾਂਝ ਵਿੱਚ ਉਤਰਨਾ ਹੈ। ਨਾਭ ਪਵਨ ਕਰ ਆਸਣ ਬੈਸੇ, ਗੁਰਮੁਖ ਖੋਜਤ ਤਤ ਲਹੇ।
ਜਿਸ ਨੇ ਖੋਜਿਆ ਉਹਨੇ ਤੱਤ ਦਾ ਗਿਆਨ ਲੈ ਲਿਆ। ਗੱਲ ਤੇ ਇੱਥੇ ਮੁੱਕਦੀ ਹੈ ਕਿ ਤੱਤ ਦਾ ਗਿਆਨ ਕਿਹਨੇ ਲਿਆ। ਕੋਈ ਜਨ ਰਸਤੇ ਵਿੱਚ ਬਹਿਸ ਕਰਦਾ ਰਿਹਾ ਔਰ ਉਸ ਬਹਿਸ ਨੂੰ ਹੀ ਸੱਤ ਜਾਣ ਲਿਆ। ਮਹਾਰਾਜ ਕਹਿੰਦੇ ਨੇ ਕੁਝ ਵੀ ਨਾ ਪਾਇਆ, ਪਰ ਕਿਸੇ ਨੇ ਤੱਤ ਨੂੰ ਜਾਣ ਲਿਆ ਤਾਂ ਉਹਨੇ ਜਾਣ ਲਿਆ। ਇਹਦੇ 'ਚ ਹੁਣ ਸਭ ਕੁਝ ਬਦਲ ਜਾਂਦਾ ਹੈ। बेद कतेब इफ्तरा पाई, दिल का फिक्र न जाए। बहस करते रहे, आपसी बहस ही सारा समा सारी शक्ति खत्म कर दी। मैनू ज़्यादा ज्ञान है कि तुहानू ज़्यादा ज्ञान है, बस इत्थे ही सारी शक्ति खत्म कर दी। महाराज कहते हैं इनू खोजण विच लगा देना, नाल ही बंदे खोज दिल हर रोज़। अगे साहिब फिर दसदे हन, यह जवाब पवन के प्रश्न का जवाब है। इन्होंने पूछया है, साधा ने, योगिया ने पूछया, कहाँ बसे सुशब्द ओदू, कहाँ बसे यह पवना। उसका जवाब महाराज दे रहे हैं कि नाभ पवन कर आसन वैसे, यह नाभि दे विच पवन का आसन है। गुरमुख खोजत तत लह। अगे प्रश्न है, कहाँ बसे सुशब्द ओदू, ताको चूके मन का भावना। मन की प्रवण, मन की मूवमेंट कित्थों खत्म होएगी। यह शब्द कित्थे वसदा है, इनू कित्थे जाके मिला मैं शब्द नू। आप कहते हो कि शब्द दे विच सारा निवारण है, तो शब्द कित्थे वसदा है। सुशब्द निरंतर निज घर आछे। इत्थे तां कमाल दी, महाराज कहते ने निरंतर रहिंदा शब्द। सुशब्द निरंतर निज घर आसे। अंतर तो जाओ महाराज, उत्थे सब कुछ है। सुशब्द निरंतर। गुरु साहब समझा रहे हैं शब्द कित्थे वसदा है। मन की एकाग्रता विच शब्द नूं जोड़ांगे तो महाराज कहते निरंतर शब्द नाल जुड़ जाएगा भाई। सुशब्द निरंतर निज घर आछे। निज घर दे विच वो मिल जाएगा, वो निरंतर शब्द है, वो हर जगह वसदा है, पर उन्होंने मिलन की जगह निज घर है। इहो जिहे प्रश्न नहीं देखे पहले कदे। इतनी डूंगी बाणी है, मैं भी थोड़ा बहुत ज़्यादा कमाल है कि कुछ नहीं खोलिया इस बाणी विच। महाराज ने सवास नूं संभालण दी लोड़ है, बाणी विच महाराज दस रहे हैं। पवन एक एसेंशियल एस्पैक्ट है स्पिरिचुअलिटी का, यह भी दस रहे हैं। नहीं तो क्यों दसदे, क्यों गल करदे ओदी। शू शब्द निरंतर निज घर आछे। यह जिहड़ा शब्द है यह निरंतर वसदा है। कोई थां नहीं है जिथे शब्द नहीं वसदा। बिन नामे नहीं को थां, कोई थां नहीं है जिथे नाम नहीं है। सु शब्द निरंतर निज घर आछे, त्रिभुवन जोत सुशब्द लह। जिसने शब्द का ज्ञान प्राप्त कर लिया, उसने त्रिभुवन तीनों भावना दे विच जिहड़ी एक जोत जगदी है, एक ज्ञान है, एक शक्ति है, उसका ज्ञान प्राप्त कर लिया। कित्थों होना है महाराज, गाविए सुनिए मन रखिए पाओ, इत्थों कहानी शुरू होंदी है। शब्द नूं गाना है, मन विच वसाना है, मन नूं शब्द नाल जोड़ना है। हुण पिछले पदे विच महाराज ने यह गल चलाई सी कि असी अपनी सैक्शुअल एनर्जी नूं कन्वर्ट करना है, उसी शक्ति नूं वरत के ज्ञान प्राप्त करना है। जदों महाराज ने कहा बिंद ना राखिया, शब्द ना पाखिया, अपने बिंद नूं, अपनी सैक्शुअल एनर्जी या एनर्जी नूं डोल दिता, तो हारा तो उपर नहीं लैके आए। शब्द ना पाखिया, शब्द की भाषा विच नहीं जोड़िया सुरत नूं, जिहड़ा अजकल दुनिया विच हुंदा है। असी सब जी रहे हाँ, पर अपनी एनर्जी नूं उस सुरत नाल नहीं जोड़ रहे जिथे मन कड़ जाएगा, जिथे शब्द का ज्ञान हो जाएगा। तो जो साडी एनर्जी है जीवन की, वो डुलदी जा रही है, वेस्ट हो रही है। सुशब्द निरंतर निज घर आशे, त्रिभुवन जोत सुशब्द लहे। शब्द तो इस जोत नाल जुड़िया जा सकता है। मन तो जोत स्वरूप है, अपना मूल पछाण। खावे दुख
ਭੂਖ ਸਾਚੇ ਕੀ। ਜਿਹੜੀ ਬੀਬੀ ਉਸ ਦਿਨ ਗੱਲ ਕਰਦੀ ਸੀ ਕਿ ਮਨ ਤਾਂ ਫਿਰ ਬੇਕਾਬੂ ਹੋ ਜਾਂਦਾ ਹੈ, ਇੱਥੇ ਦੱਸਦੇ ਹਨ ਮਹਾਰਾਜ, ਖਾਵੇਂ ਦੁੱਖ ਭੂਖ ਸਾਚੇ ਕੀ, ਸੱਚੇ ਦੀ ਭੁੱਖ ਸਭ ਦੁੱਖ ਨੂੰ ਖਾ ਜਾਏਗੀ। ਇਹ ਤਤ ਗਿਆਨ ਹੈ, ਇਸ ਤੋਂ ਉੱਪਰ ਕੋਈ ਗਿਆਨ ਨਹੀਂ ਹੈ। ਕੋਈ ਇਨਸਾਨ ਕਹਿੰਦਾ ਮੈਂ ਦੁਖੀ ਹਾਂ, ਇਹਦਾ ਜਵਾਬ ਹੈ ਭੂਖ ਸਾਚੇ ਕੀ। ਸੱਚ ਦੀ ਭੁੱਖ ਹੋਏਗੀ ਤਾਂ ਦੁੱਖ ਖਾਧਾ ਜਾਏਗਾ। ਮੇਰੇ ਜੀਵਨ ਵਿੱਚ ਦੁੱਖ ਹੈ, ਇਹਦਾ ਮਤਲਬ ਮੈਨੂੰ ਸੱਚ ਦੀ ਭੁੱਖ ਦੀ ਘਾਟ ਹੈ। ਮਹਾਰਾਜ ਕਹਿੰਦੇ ਨੇ ਸੱਚ ਦੀ ਭੁੱਖ ਪ੍ਰਾਪਤ ਕਰ, ਜੀਵਨ ਦੇ ਸਾਰੇ ਦੁੱਖ ਮੁੱਕ ਜਾਣਗੇ ਭਾਈ। ਖਾਵੇ ਦੁੱਖ, ਕਿਹੜੀ ਚੀਜ਼ ਖਾ ਲੇਗੀ ਮੇਰੇ ਦੁੱਖਾਂ ਨੂੰ? ਭੁੱਖ ਸਾਚੇ ਕੀ। ਸਾਚੇ ਹੀ ਤ੍ਰਿਪਤਾਸ ਰਹੇ। ਤ੍ਰਿਪਤਤਾ, ਕੰਪਲੀਟਨੈਸ, ਜਿੱਥੇ ਸਭ ਭੁੱਖਾਂ ਮਿਟ ਜਾਣਗੀਆਂ। ਜਿਹੜੀ ਮੇਰੀ ਮਨ ਦੀ ਸਰਚ ਹੈ ਉਹ ਇਹੀ ਹੈ ਕਿ ਮੇਰਾ ਮਨ ਕੰਪਲੀਟ ਕਿਸ ਤਰ੍ਹਾਂ ਹੋਏਗਾ। ਉਹ ਮੈਂ ਵਸਤੂਆਂ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਾਂ ਐਕਸਪੀਰੀਅੰਸਿਸ ਨਾਲ, ਜਾਂ ਰਿਲੇਸ਼ਨਸ਼ਿਪਸ ਨਾਲ, ਜਾਂ ਦੁਨੀਆ ਦੇ ਵਿੱਚ ਭ੍ਰਮਣ ਨਾਲ। ਪਰ ਮਨ ਦੇ ਵਿੱਚ ਉਹ ਜੋਤ, ਉਸ ਮੂਲ ਸ਼ਕਤੀ ਦੀ ਹਾਜ਼ਰੀ ਹੈ, ਮਹਾਰਾਜ ਕਹਿ ਰਹੇ ਹਨ, ਜਿਹਦੇ ਨਾਲ ਇਹ ਕੰਪਲੀਟ ਹੋ ਜਾਏਗਾ ਆਪਣੇ ਆਪ ਵਿੱਚ। ਇਹਨੂੰ ਫਿਰ ਬਾਹਰ ਮੁਖੀ ਹੋ ਕੇ ਆਪਣੇ ਆਪ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੈ। ਇਹ ਭ੍ਰਮਣ ਬਾਹਰ ਦਾ ਨਹੀਂ ਹੋਏਗਾ। ਫਿਰ ਬੋਰ ਨਹੀਂ ਹੋਏਗਾ ਇਨਸਾਨ, ਬੋਰਡਮ ਸ਼ਬਦ ਨਹੀਂ ਰਹਿ ਜਾਏਗਾ ਜਿੱਥੇ ਉਹ ਇਨਕੰਪਲੀਟ ਫੀਲ ਕਰਦਾ ਹੈ। ਸਾਚੇ ਹੀ ਤ੍ਰਿਪਤਾਸ ਰਹੇ, ਸੱਚ ਦੇ ਵਿੱਚ ਤ੍ਰਿਪਤ ਹੋ ਜਾਏਗਾ, ਪੂਰਾ ਫੁੱਲਫਿਲ ਹੋ ਜਾਏਗਾ। ਸੱਚ ਦੇ ਵਿੱਚ ਸਮਾ ਕੇ ਕੰਪਲੀਟਨੈਸ ਮਿਲ ਜਾਏਗੀ। ਨਾਮ ਦੇ ਨਾਲ ਮਨ ਰੱਜਿਆ ਜਾਏਗਾ। ਜਿਹੜੀ ਹੈਪੀਨੈਸ ਨੂੰ ਮੈਂ ਬਾਹਰ ਲੱਭਦਾ ਹਾਂ ਉਹ ਮੇਰੇ ਨਾਲ ਹੀ ਹੈ। ਇਹ ਗਿਆਨ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੇ ਕੋ ਅਰਥਾਵੇ। ਅਨਹਦ ਬਾਣੀ, ਬਾਣੀ ਜਿਹੜੀ ਬਿਨਾਂ ਸੋਰਸ ਦੇ ਹੈ, ਜਿਸ ਨੂੰ ਸ਼ਬਦ ਕਿਹਾ ਹੈ। ਮੂੰਦ ਲਈਏ ਦਰਵਾਜ਼ੇ, ਬਾਜੀਏ ਲੈ ਅਨਹਦ ਬਾਜੇ। ਜਦ ਮੈਂ ਬਾਹਰੋਂ ਆਪਣੀ ਐਨਰਜੀ ਸਾਰੀ ਅੰਤਰ ਵੱਲ ਲੈ ਗਿਆ ਤਾਂ ਮੇਰੇ ਅੰਤਰ ਦੇ ਦਰਵਾਜ਼ੇ ਖੁੱਲ ਗਏ, ਤਾਂ ਅਨਹਦ ਬਾਜੇ ਵੱਜਣ ਲੱਗ ਪਏ। ਇੱਕ ਆਨੰਦ ਦੀ ਸੈਲੀਬ੍ਰੇਸ਼ਨ ਸ਼ੁਰੂ ਹੋ ਗਈ ਅੰਦਰ। ਇਹੀ ਸ਼ਕਤੀ ਨਾਲ ਜਿਹੜੀ ਬਾਹਰ ਜਾ ਰਹੀ ਹੈ ਉਹਨੂੰ ਅੰਤਰ ਲੈ ਗਿਆ। ਸੂਫੀ ਇਹਨੂੰ 11ਵੀਂ ਡਾਇਰੈਕਸ਼ਨ ਕਹਿੰਦੇ ਹਨ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੇ ਕੋ ਅਰਥਾਵੇ। ਕੋਈ ਬਿਰਲਾ ਇਹਨੂੰ ਜਾਣਦਾ ਹੈ, ਤੁਹਾਡੇ ਚੋਂ ਵੀ ਕੋਈ ਹੋ ਸਕਦਾ ਹੈ। ਅਰਦਾਸ ਅਸੀਂ ਕਰੀਏ ਆਪਣੇ ਸਾਰਿਆਂ ਲਈ ਕਰੀਏ। ਇੱਥੇ ਹੀ ਤਾਂ ਧਰਮ ਦੀ ਕਮਾਈ ਹੈ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਕਿ ਸਾਨੂੰ ਇਹਦਾ ਗਿਆਨ ਹੋ ਜਾਏ। ਜੀਵਨ ਹੈ ਕੀ? ਨਾਨਕ ਆਖੇ ਸੱਚ ਸੁਪਾਖੇ, ਸੱਚ ਰੱਪੇ ਰੰਗ ਕਬਹੂ ਨਾ ਜਾਵੇ। ਮਹਾਰਾਜ ਕਹਿੰਦੇ ਨੇ ਸੱਚ ਨੂੰ ਜਾਣ ਲਿਆ। ਨਾਨਕ ਆਖੇ, ਗੁਰੂ ਨਾਨਕ ਸਾਹਿਬ ਆਪ ਆਖ ਰਹੇ ਹਨ ਸੱਚ ਸੁਪਾਖੇ। ਸੱਚ ਦਾ ਗਿਆਨ ਹੋ ਗਿਆ ਜਦੋਂ ਮੈਨੂੰ, ਤਾਂ ਫਿਰ ਕੀ ਹੋਏਗਾ? ਸੱਚ ਰੱਪੇ ਰੰਗ ਕਬਹੂ ਨਾ ਜਾਵੇ। ਫਿਰ ਇਹ ਜਿਹੜੇ ਸੱਚ ਦੇ ਵਿੱਚ ਮੇਰਾ ਮਨ ਰੰਗਿਆ ਗਿਆ, ਇਹ ਕਿਧਰੇ ਹੁਣ ਜਾਣ ਵਾਲਾ ਨਹੀਂ ਹੈ, ਇਹ ਹੁਣ ਸਦਾ ਲਈ ਹੈ। Now nobody can take it away. Otherwise it is meaningless. That which can be taken away is what we every day deal in life. जो कुछ लाइफ ने दिता है सब कुछ ले लेगा। वो फिर अल्टीमेट नहीं है, वो ट्रांजिएंट है। उसनों तत् ज्ञान वाले लोग उसनों मूल नहीं देंदे ज़्यादा। That can be taken away is not mine, is not for me, is not valuable. महाराज कहते हैं कबहू ना जावे। यह वस्तु फिर किधरे नहीं जाएगी। केड़ी वस्तु? सच सुपाखे, सच दा ज्ञान। यह वस्तु हुण किधरे नहीं जाएगी। सच सुपाखे गुरु बोलते हैं, गुरु दसते हैं। नानक आखे सच सुपाखे, सच रप्पे रंग कबहू ना जावे। नानक बोलते हैं सच रप्पे।
ਸੱਚ ਦੇ ਵਿੱਚ ਰਪਿਆ, ਸੱਚ ਦੇ ਵਿੱਚ ਮਿਲਿਆ ਹੋਇਆ ਮਨ ਸੱਚ ਦੇ ਵਿੱਚ ਸਮਾ ਗਿਆ। ਹੁਣ ਕਦੇ ਝੂਠ ਵੱਲ ਨਹੀਂ ਜਾਏਗਾ, ਹੁਣ ਕਦੇ ਆਵਾਗਮਨ ਦੇ ਵਿੱਚ ਨਹੀਂ ਆਏਗਾ। ਸੱਚ ਦੇ ਵਿੱਚ ਰੰਗੇ ਜਾਣ ਨਾਲ ਇੱਕ ਮਸਤਾਨੀ ਜੀ ਗੱਲ ਹੈ। ਜਿਨ੍ਹਾਂ ਨੇ ਇਹ ਵਸਤੂ ਪਾ ਲਈ ਉਹਨਾਂ ਲਈ ਜੀਵਨ ਦਾ ਜੋ ਸਾਰਾ ਸੰਸਾਰ ਉਹ ਮੁੱਲ ਨਹੀਂ ਰੱਖਦਾ ਜੋ ਇਸ ਵਸਤੂ ਵਿੱਚ ਮਿਲਦਾ ਹੈ। ਸਗੋਂ ਬਾਣੀ ਕਹਿੰਦੀ ਹੈ ਕਿ ਇਹ ਫਿਰ ਦੁਨੀਆ ਕੌਡੀ ਦਿਖਦੀ ਹੈ ਉਹਦੇ ਸਾਹਮਣੇ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹੀਰਾ ਪਾ ਲਿਆ, ਬਾਕੀ ਸਭ ਕੌਡੀ ਦਿਖਦਾ ਹੈ, ਕੋਈ ਮੁੱਲ ਨਹੀਂ ਦਿਖਦੀ ਉਹਦੀ। ਜਿਹੜੀ ਚੀਜ਼ ਕੱਲ ਨੂੰ ਮੇਰੇ ਤੋਂ ਕੋਈ ਲੈ ਲਏਗਾ ਉਹ ਤਾਂ ਮੇਰੇ ਕੋਲ ਹੈ ਹੀ ਨਹੀਂ, ਅੱਜ ਹੀ ਨਹੀਂ ਹੈ। ਤਾਂ ਇਹ ਵਿਚਾਰਨਾ ਬਣਦਾ ਹੈ, ਇੱਕ ਕਾਗਜ਼ ਤੇ ਬੈਠ ਕੇ ਮੈਂ ਲਿਖਾਂ ਕਿਹੜੀ ਚੀਜ਼ ਹੈ ਜਿਹੜੀ ਮੇਰੇ ਤੋਂ ਨਹੀਂ ਲਿਜਾ ਸਕਦੀ ਕੋਈ, ਤਾਂ ਉਹ ਸਿਰਫ ਨਾਮ ਰਹਿ ਜਾਏਗਾ, ਸ਼ਬਦ ਔਰ ਸੁਰਤ ਦੀ ਖੇਡ ਰਹਿ ਜਾਏਗੀ ਬਸ। ਔਰ ਉਹਦੇ ਵਿੱਚ ਸਭ ਕੁਝ ਹੈ। ਔਰ ਇੱਕ ਵਾਰ ਮੈਨੂੰ ਉਹ ਐਕਸਪੀਰੀਅੰਸ ਖੁੱਲ੍ਹ ਗਿਆ। ਮਹਾਰਾਜ ਕਹਿੰਦੇ ਨੇ ਕਬਹੂ ਨਾ ਜਾਵੇ। ਗੁਰੂ ਸਾਨੂੰ ਆਪਣਾ ਜੀਵਨ ਢਾਲਣ ਲਈ ਕਹਿ ਰਹੇ ਹਨ, ਝੂਠ ਦੇ ਵੱਲ ਪਿੱਠ ਕਰਕੇ ਸੱਚ ਵੱਲ ਮੂੰਹ ਕਰਨ ਲਈ ਕਹਿ ਰਹੇ ਹਨ। ਸਿਰ ਝੁਕ ਜਾਂਦਾ ਹੈ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ, ਪ੍ਰੇਮ ਔਰ ਆਦਰ ਨਾਲ, ਔਰ ਆਪਣੀ ਮੂਰਖਤਾਈ ਦਾ ਗਿਆਨ ਵੀ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰਨ। ਇਹ ਨਿਰਾਲੇ ਪਦੇ ਹਨ ਦੋਨੋਂ। ਆਪ ਸਭ ਦਾ ਬਹੁਤ ਧੰਨਵਾਦ ਹੈ। ਮੈਂ ਅਨੇਕਾਂ ਹੀ ਗਲਤੀਆਂ ਕੀਤੀਆਂ, ਦੇਰ ਨਾਲ ਵੀ ਥੋੜਾ ਆਇਆ ਅੱਜ, ਮੈਨੂੰ ਮਾਫੀ ਦੇਣਾ। ਸੁਧਾਰ ਜ਼ਰੂਰ ਕਰਨਾ। ਆਪ ਕੁਛ ਆਪ ਕਹਿਣਾ ਚਾਹੋ, ਦੱਸਣਾ ਚਾਹੋ, ਜੀ ਆਇਆਂ ਨੂੰ ਪ੍ਰੇਮ ਸਹਿਤ ਮੇਰੀ ਨਮਸਕਾਰ ਲੈਣਾ ਔਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।